ਸਤਿ ਸ਼੍ਰੀ ਅਕਾਲ ਦੋਸਤੋ, ਰੇਸ ਅਕੈਡਮੀ ਆਫੀਸ਼ੀਅਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਲੀਟ ਮੌਕ ਟੈਸਟ ਜੀਕੇ ਜੋ ਮਿਕਸ ਕੁਐਸਚਨਸ ਦੀ ਚਲਾਈ ਹੋਈ ਹੈ ਉਹਦਾ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ। ਤਾਂ ਤੁਹਾਡਾ ਜਿਹੜਾ ਰਿਸਪੌਂਸ ਆ ਉਹ ਬਹੁਤ ਵਧੀਆ ਹੈ। ਕਈ ਵਾਰ ਕਾਹਲੀ ਦੇ ਵਿੱਚ ਕੋਈ ਚੀਜ਼ ਆਪਾਂ ਮਤਲਬ ਇੱਧਰ ਤੋਂ ਥੋੜ੍ਹਾ ਜਿਹਾ ਮਾੜਾ ਜਿਹਾ ਮਤਲਬ ਆਪਾਂ ਕੀ ਹੈ ਦੱਸਣ ਦਾ ਮਕਸਦ ਸਹੀ ਹੁੰਦਾ ਹੈ, ਪਰ ਥੋੜ੍ਹਾ ਜਿਹਾ ਬਾਏ ਮਿਸਟੇਕ ਆਪਾਂ ਮਤਲਬ ਕੋਈ ਚੀਜ਼ ਕਰ ਲੈਂਦੇ ਹਾਂ, ਤਾਂ ਉਹਦੇ ਲਈ ਮਾफ़ੀ ਚਾਹੁੰਦਾ ਹੈ। ਤਾਂ 100 ਚੋਂ 99.9% ਕੋਸ਼ਿਸ਼ ਇਹ ਹੁੰਦੀ ਹੈ ਵੀ ਵੱਧ ਤੋਂ ਵੱਧ ਤੁਹਾਨੂੰ ਦੱਸਿਆ ਜਾਵੇ। ਸੋ ਪਲੀਜ਼ ਸਾਰੇ ਜਣੇ ਕੋਆਪਰੇਟ ਕਰਿਆ ਕਰੋ। ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਅਤੇ ਤੁਹਾਡੇ ਕਮੈਂਟ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਦਾ ਕੰਮ ਕਰਦੇ ਨੇ। ਸੋ ਮੈਂ ਮਿਹਨਤ ਦੇ ਨਾਲ ਲੱਗਿਆ ਹੋਇਆ। ਜਦੋਂ ਤੱਕ ਤੁਹਾਡੇ ਸਾਰੇ ਪੇਪਰ ਜਿੰਨੀਆਂ ਵੀ ਪੋਸਟਾਂ ਨਿਕਲੀਆਂ ਹੋਈਆਂ ਪੰਜਾਬ ਦੇ ਨਾਲ ਸੰਬੰਧਿਤ ਭਾਵੇਂ ਸੈਂਟਰ ਦੇ ਨਾਲ ਸੰਬੰਧਿਤ, ਠੀਕ ਹੈ ਜੀ, ਤਾਂ ਸਾਰਿਆਂ ਦੇ ਲਈ ਇਹ ਕੁਐਸਚਨਸ ਨੇ ਜਿਹੜੇ ਉਹ ਬਹੁਤ ਇੰਪੋਰਟੈਂਟ ਹੋਣਗੇ। ਤਾਂ ਬੇਸਿਕਲੀ ਮੈਂ ਕੁਐਸਚਨਸ ਨੂੰ ਇੰਨਾ ਕੁ ਐਲੈਬੋਰੇਟ ਕਰਕੇ ਕਰਵਾਊਂਗਾ, ਤਾਂ ਤੁਸੀਂ ਚੰਗੀ ਤਰ੍ਹਾਂ ਇਸ ਚੀਜ਼ ਦੀ ਰਿਵੀਜ਼ਨ ਕਰਨੀ ਹੈ। ਆਪਾਂ ਰਿਵੀਜ਼ਨ ਹੀ ਕਰਨੀ ਹੈ ਸਿਰਫ ਅਤੇ ਸਿਰਫ, ਕਿਉਂਕਿ ਮੋਸਟਲੀ ਬੱਚੇ ਜਿਹੜਾ ਪ੍ਰੈਪਰੇਸ਼ਨ ਹੈ ਉਹ ਕਰੀ ਬੈਠੇ ਨੇ। ਸੋ ਅੱਕਣਾ ਨਹੀਂ, ਥੱਕਣਾ ਨਹੀਂ ਅਤੇ ਮਿਹਨਤ ਕਰਨੀ ਹੈ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਜੌਣਾ ਖਾਨ ਵਾਜ਼ ਦਾ ਓਰੀਜਨਲ ਨੇਮ ਆਫ। ਜੌਣਾ ਖਾਨ ਕਿਹੜੇ ਰਾਜੇ ਦਾ ਓਰੀਜਨਲ ਨੇਮ ਸੀ? ਤਾਂ ਇਹ PSPCL ਦਾ ਮੇ ਬੀ ਕੁਐਸਚਨ ਹੈ ਜੀ। ਮੈਨੂੰ ਲੱਗਦਾ ਸ਼ਾਇਦ ਪਹਿਲੇ ਦਿਨ ਦੀ ਸੈਕਿੰਡ ਸ਼ਿਫਟ ਦੇ ਵਿੱਚ ਕੁਐਸਚਨ ਆਇਆ ਸੀਗਾ ਇਹ, ਠੀਕ ਹੈ ਜੀ। ਜੌਣਾ ਖਾਨ ਕਿਹਦਾ ਨਾਮ ਸੀਗਾ ਜੀ? ਓਰੀਜਨਲ ਨੇਮ ਕਿਹਦਾ ਸੀਗਾ ਜੀ? ਤਾਂ ਤੁਸੀਂ ਯਾਦ ਰੱਖੋਗੇ ਕਿਹਦਾ ਜੀ? ਮੁਹੰਮਦ ਬਿਨ ਤੁਗਲਕ। ਇਹਦਾ ਕੀ ਆ ਜਾਊਗਾ ਜੀ? ਸਹੀ ਆਨਸਰ ਆ ਜਾਊਗਾ। ਦੇਖੋ ਜੀ ਗੱਲ, ਤੁਹਾਨੂੰ ਮੈਂ ਥੋੜ੍ਹਾ ਜਿਹਾ ਦਿੱਲੀ ਸਲਤਨਤ ਬਾਰੇ ਦੱਸਦਾ ਜੀ। ਦਿੱਲੀ ਸਲਤਨਤ ਜਿਹੜੀ ਚੱਲੀ ਹੈ ਜੀ ਉਹ ਕਦੋਂ ਤੱਕ ਚੱਲੀ ਹੈ ਜੀ? 1206 ਤੋਂ ਲੈ ਕੇ 1526 ਤੱਕ ਦਿੱਲੀ ਸਲਤਨਤ ਦਾ ਟਾਈਮ ਪੀਰੀਅਡ ਲਿਆ ਰਿਹਾ ਜੀ। ਇਹਦੇ ਵਿੱਚ ਬੇਸਿਕਲੀ 5 ਡਾਇਨੈਸਟੀਜ਼ ਨੇ, ਜਿਹੜੀਆਂ 5 ਵੰਸ਼ ਨੇ ਜਿਹੜੇ ਉਹ ਆਏ ਨੇ। ਕਿਹੜੇ 5 ਵੰਸ਼ ਨੇ ਆਪਾਂ ਉਹ ਲਿਖਦੇ ਹਾਂ ਜੀ। ਪਹਿਲਾਂ ਕੌਣ ਆਇਆ ਜੀ? ਸਲੇਵ ਡਾਇਨੈਸਟੀ ਆਈ। ਸਲੇਵ ਡਾਇਨੈਸਟੀ ਮੈਂ ਪੂਰਾ ਨਹੀਂ ਲਿਖੂੰਗਾ, ਠੀਕ ਹੈ ਜੀ। ਉਦੋਂ ਬਾਅਦ ਕੌਣ ਆਇਆ ਜੀ? ਖਿਲਜੀ ਡਾਇਨੈਸਟੀ, ਠੀਕ ਹੈ। ਉਦੋਂ ਬਾਅਦ ਕੌਣ ਆਇਆ ਜੀ? ਤੁਗਲਕ ਡਾਇਨੈਸਟੀ। ਫਿਰ ਜੀ ਸੈਯਦ ਡਾਇਨੈਸਟੀ, ਠੀਕ ਹੈ। ਫਿਰ ਲੋਧੀ, ਠੀਕ ਹੈ ਜੀ। ਸਲੇਵ ਡਾਇਨੈਸਟੀ ਦਾ ਜਿਹੜਾ ਟਾਈਮ ਪੀਰੀਅਡ ਆ ਪੇਪਰ 'ਚ ਪੁੱਛ ਲੈਂਦੇ ਆ, ਕਿਉਂਕਿ ਇੰਪੋਰਟੈਂਟ ਹੈ। ਸਾਰੀ ਦਿੱਲੀ ਸਲਤਨਤ ਤੁਹਾਡੇ ਲਈ ਇੰਪੋਰਟੈਂਟ ਹੈ। 1206 ਤੋਂ ਲੈ ਕੇ 1290 ਤੱਕ ਹੈ। ਖਿਲਜੀ ਡਾਇਨੈਸਟੀ ਹੈ ਜੀ ਜਿਹੜੀ ਉਹ 1290 ਤੋਂ ਲੈ ਕੇ 1320 ਤੱਕ ਹੈ ਜੀ, ਠੀਕ ਹੈ। ਜਿਹੜੀ ਤੁਹਾਡੀ ਤੁਗਲਕ ਵੰਸ਼ ਹੈ ਜੀ ਉਹ 1320 ਤੋਂ ਲੈ ਕੇ 1414 ਤੱਕ ਹੈ, ਠੀਕ ਹੈ ਜੀ। ਸੈਯਦ ਡਾਇਨੈਸਟੀ ਹੈ ਜਿਹੜੀ ਉਹ 1414 ਤੋਂ ਲੈ ਕੇ 1451 ਤੱਕ ਹੈ। ਲੋਧੀ ਡਾਇਨੈਸਟੀ ਹੈ ਜਿਹੜੀ ਉਹ 1451 ਤੋਂ ਲੈ ਕੇ 1526 ਤੱਕ ਹੈ। ਪੇਪਰ 'ਚ ਤੁਹਾਨੂੰ ਪੁੱਛ ਸਕਦਾ ਕਿ ਦਿੱਲੀ ਸਲਤਨਤ ਦੇ ਵਿੱਚ ਸਾਰਿਆਂ ਨਾਲੋਂ ਲੰਮਾ ਸਮਾਂ ਜਿਹੜਾ ਰੂਲ ਕੀਤਾ ਉਹ ਕਿਹੜੀ ਡਾਇਨੈਸਟੀ ਨੇ ਕੀਤਾ? ਤੁਸੀਂ ਕਹੋਗੇ ਜੀ ਤੁਗਲਕ ਡਾਇਨੈਸਟੀ ਨੇ ਕੀਤਾ, ਠੀਕ ਹੈ ਜੀ। ਹੁਣ ਆਪਾਂ ਤੁਗਲਕ ਦੇ ਕੁਐਸਚਨ ਆਇਆ ਸੀ ਤਾਂ ਤੁਗਲਕ ਦੇ ਬਾਰੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿਹੜੇ ਕੁਐਸਚਨ ਨੇ ਮੇਨ ਬਣਦੇ ਨੇ। ਗਿਆਸੂਦੀਨ ਤੁਗਲਕ ਸੀ ਜਿਹੜਾ ਜੀ ਉਹ ਸੀਗਾ ਜੀ ਫਾਊਂਡਰ ਸੀਗਾ ਤੁਗਲਕ ਵੰਸ਼ ਦਾ। ਇਹਨੇ ਤੁਗਲਕਾਬਾਦ ਜਿਹੜਾ ਸ਼ਹਿਰ ਸੀਗਾ ਉਹ ਵਸਾਇਆ ਸੀਗਾ, ਠੀਕ ਹੈ ਜੀ। ਗਿਆਸੂਦੀਨ ਤੁਗਲਕ ਹੈ ਜਿਹੜੀ ਉਹਦੀ ਡੈਥ ਹੈ ਜਿਹੜੀ ਉਹ ਕਿੱਥੋਂ ਡਿੱਗ ਕੇ ਹੋਈ ਹੈ? ਇੱਕ ਪਵੇਲੀਅਨ ਮਤਲਬ ਪੰਜਾਬੀ 'ਚ ਕਹਿੰਦੇ ਨੇ ਆਪਾਂ ਚਬੂਤਰੇ ਤੋਂ ਡਿੱਗ ਕੇ ਮਤਲਬ ਕੀ ਹੋਈ ਹੈ ਜੀ? ਹੋਈ ਹੈ, ਠੀਕ ਹੈ। ਇਹਦਾ ਜਿਹੜਾ ਕਾਰਨ ਸੀਗਾ, ਠੀਕ ਹੈ, ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ। ਇੱਕ ਨਾ ਯਾਤਰੀ ਆਇਆ ਸੀਗਾ ਜਿਹਦਾ ਨਾਮ ਸੀਗਾ ਜੀ ਇਬਨ ਬਤੂਤਾ। ਇਬਨ ਬਤੂਤਾ ਕਿੱਥੋਂ ਆਇਆ ਸੀਗਾ ਜੀ? ਮਰਾਕੋ ਤੋਂ ਆਇਆ ਸੀਗਾ। ਪੇਪਰ 'ਚ ਪੁੱਛ ਲੈਂਦੇ ਆ, ਠੀਕ ਹੈ। ਤਾਂ ਉਹਨੇ ਜਦੋਂ ਮਤਲਬ ਕਿ ਇਹਦੀ ਡੈਥ ਹੋ ਜਾਂਦੀ ਉਦੋਂ ਬਾਅਦ ਜਦੋਂ ਆਇਆ ਇਹ, ਤਾਂ ਕਿਹਦੇ ਸਮੇਂ ਵੇਲੇ ਆਇਆ ਸੀਗਾ? ਇਬਨ ਬਤੂਤਾ ਮੁਹੰਮਦ ਬਿਨ ਤੁਗਲਕ ਦੇ ਸਮੇਂ ਆਇਆ ਸੀਗਾ, ਠੀਕ ਹੈ। ਤਾਂ ਉਹਨੇ ਦੱਸਿਆ ਸੀਗਾ ਵੀ ਜਿਹੜਾ ਮੁਹੰਮਦ ਬਿਨ ਤੁਗਲਕ ਦੇ ਪਿਤਾ ਦੀ ਮੌਤ ਦਾ ਕਾਰਨ ਆ ਉਹ ਕੀ ਹੈ ਜੀ? ਮੁਹੰਮਦ ਬਿਨ ਤੁਗਲਕ ਜਾਣੀ ਕਿ ਜੌਣਾ ਖਾਨ ਦੇ ਦੁਆਰਾ ਪਲਾਨ ਕੀਤਾ ਗਿਆ, ਠੀਕ ਹੈ ਜੀ। ਇੱਕ ਕੱਚਾ ਚਬੂਤਰਾ ਬਣਾ ਦਿੱਤਾ ਗਿਆ ਸੀਗਾ, ਠੀਕ ਹੈ, ਦੱਸਿਆ ਜਾਂਦਾ। ਅਤੇ ਤਾਂ ਕਰਕੇ ਉਹਦੀ ਕੀ ਹੈ ਜੀ ਉੱਥੋਂ ਚਬੂਤਰੇ ਤੋਂ ਡਿੱਗਣ ਕਾਰਨ ਮੌਤ ਹੋ ਜਾਂਦੀ ਹੈ। ਇੰਨੀ ਗੱਲ ਤੁਸੀਂ ਯਾਦ ਰੱਖੋਗੇ। ਗਿਆਸੂਦੀਨ ਤੁਗਲਕ ਹੈ ਜਿਹੜਾ ਉਹਦਾ ਮਤਲਬ ਕੀ ਹੈ ਜੀ? ਨਿਜ਼ਾਮੂਦੀਨ ਔਲੀਏ ਦੇ ਨਾਲ ਵੀ ਮਤਲਬ ਕੀ ਹੈ ਜੀ ਥੋੜ੍ਹਾ ਜਿਹਾ ਪੰਗਾ ਪੈ ਗਿਆ ਸੀਗਾ। ਨਿਜ਼ਾਮੂਦੀਨ ਔਲੀਆ ਤੁਸੀਂ ਯਾਦ ਰੱਖੋਗੇ। ਨਿਜ਼ਾਮੂਦੀਨ ਔਲੀਏ ਨੇ ਫਿਰ ਇਹਨੂੰ ਕਿਹਾ ਸੀਗਾ ਜੀ, ਕੀ ਲਾਈਨ ਕਹੀ ਸੀ? ਦਿੱਲੀ ਇਜ਼ ਫਾਰ ਅਵੇ, ਠੀਕ ਹੈ। ਕਈ ਵਾਰ ਪੇਪਰ 'ਚ ਐਂ ਪੁੱਛ ਲੈਂਦਾ ਵੀ ਦਿੱਲੀ ਇਜ਼ ਫਾਰ ਅਵੇ ਲਾਈਨ ਕਿਹਨੇ ਕਹੀ? ਕਿਸੇ ਵੀ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਉਹ ਪੁੱਛ ਸਕਦਾ ਹੈ, ਠੀਕ ਹੈ ਜੀ। ਗੱਲ ਤੁਹਾਨੂੰ ਮੈਂ ਹੁਣ ਗਾਹਾਂ ਆ ਗਈ ਜੀ। ਆਪਾਂ ਦੂਜਾ ਮੁਹੰਮਦ ਬਿਨ ਤੁਗਲਕ ਦੇ ਉੱਤੇ ਕੁਐਸਚਨ ਬਹੁਤ ਬਣਦਾ ਜੀ। ਪੜ੍ਹਿਆ ਲਿਖਿਆ ਮੂਰਖ ਰਾਜਾ ਕਿਹਨੂੰ ਕਿਹਾ ਜਾਂਦਾ ਸੀਗਾ ਜੀ? ਮੁਹੰਮਦ ਬਿਨ ਤੁਗਲਕ ਨੂੰ ਕਿਹਾ ਜਾਂਦਾ ਸੀ, ਕਿਉਂਕਿ ਇਹਨੂੰ ਪਰਸੀਅਨ ਮੈਥੇਮੈਟਿਕਸ ਅਤੇ ਐਸਟਰੋਨੋਮੀ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਐਕਸਪਰਟ ਸੀਗਾ। ਪਰ ਇਹਦੀ ਕਿਸਮਤ ਲਾ ਲਓ ਜਾਂ ਇਹਦੇ ਕੁਛ ਫੈਸਲੇ ਸੀਗੇ ਜਿਹੜੇ ਉਹ ਸੀਗੇ ਕੀ ਸੀਗੇ? ਲੈਂਦਾ ਤਾਂ ਸਹੀ ਸੀਗਾ ਪਰ ਉਹ ਕੀ ਹੋ ਜਾਂਦੇ ਸੀਗੇ? ਗਲਤ ਹੋ ਜਾਂਦੇ ਸੀ ਜਿਹਦੇ ਕਰਕੇ ਇਹਨੂੰ ਕੀ ਕਿਹਾ ਜਾਂਦਾ ਜੀ? ਪੜ੍ਹਿਆ ਲਿਖਿਆ ਮੂਰਖ ਰਾਜਾ। ਇਹਦਾ ਓਰੀਜਨਲ ਨੇਮ ਜੌਨਾ ਖਾਨ ਹੈ, ਠੀਕ ਹੈ ਜੀ। ਗੱਲ ਇਬਨ ਬਤੂਤਾ ਪੇਪਰ 'ਚ ਪੁੱਛ ਲੈਣ ਕਿਹਦੇ ਵੇਲੇ ਆਇਆ ਜੀ? ਮੁਹੰਮਦ ਬਿਨ ਤੁਗਲਕ ਵੇਲੇ ਆਇਆ। ਇੱਕ ਇਹਨੇ ਡਿਪਾਰਟਮੈਂਟ ਚਲਾਇਆ ਸੀਗਾ, ਕਿਹਨੇ? ਮੁਹੰਮਦ ਬਿਨ ਤੁਗਲਕ ਨੇ, ਜਿਹਦਾ ਨਾਮ ਸੀਗਾ ਡਿਪਾਰਟਮੈਂਟ ਦਾ ਦੀਵਾਨ ਏ
ਕੋਹੀ, ਦੀਵਾਨ ਏ ਕੋਹੀ ਕੀ ਸੀਗਾ ਜੀ? ਇੱਕ ਐਗਰੀਕਲਚਰਲ ਡਿਪਾਰਟਮੈਂਟ ਸੀਗਾ। ਪੇਪਰ 'ਚ ਪੁੱਛ ਲੈਣਗੇ ਕਿਹਦੇ ਨਾਲ ਸੰਬੰਧਿਤ ਹੈ? ਮੁਹੰਮਦ ਬਿਨ ਤੁਗਲਕ ਦੇ ਨਾਲ ਸੰਬੰਧਿਤ ਹੈ। ਇਹਨੇ 5 ਕੰਮ ਕੀਤੇ ਸੀ ਜਿਹਦੇ ਕਰਕੇ ਇਹਨੂੰ ਪੜ੍ਹਿਆ ਲਿਖਿਆ ਮੂਰਖ ਰਾਜਾ ਕਿਹਾ ਜਾਂਦਾ ਜੀ। ਕਿ ਇਹਨੇ ਇਨਕਰੀਜ਼ ਕਰਤਾ ਸੀਗਾ ਟੈਕਸ ਇਨ ਦੁਆਬ ਮਤਲਬ ਦੋ ਦਰਿਆਵਾਂ ਦੇ ਵਿਚਕਾਰ ਜਿਹੜੀ ਧਰਤੀ ਸੀਗੀ ਉਹਦੇ 'ਚ ਟੈਕਸ ਕੀ ਸੀਗਾ? ਵਧਾਤਾ ਸੀਗਾ। ਦੂਜਾ ਕੰਮ ਕੀ ਕੀਤਾ ਜੀ ਇਹਨੇ? ਟੋਕਨ ਕਰੰਸੀ ਇੰਟਰੋਡਿਊਸ ਕਰਤੀ, ਠੀਕ ਹੈ ਜੀ ਗੱਲ। ਉਹਦੇ ਕਾਰਨ ਕੀ ਹੋ ਗਿਆ ਜੀ? ਮਤਲਬ ਜਾਲੀ ਜਿਹੜੇ ਮਤਲਬ ਕਰੰਸੀ ਸੀਗੀ ਉਹ ਚੱਲਣ ਲੱਗ ਗਈ ਸੀ ਜਿਹਦੇ ਕਰਕੇ ਇਹਨੂੰ ਘਾਟਾ ਪਿਆ, ਠੀਕ ਹੈ। ਇੱਕ ਇਹਨੇ ਆਪਦੀ ਕੈਪੀਟਲ ਸੀ ਉਹ ਚੇਂਜ ਕਰਤੀ ਸੀਗੀ ਜੀ, ਦਿੱਲੀ ਟੂ ਦੇਵਗਿਰੀ ਚੇਂਜ ਕਰਤੀ ਸੀ। ਉਹ ਵੀ ਕੀ ਹੈ ਜੀ ਇਹਦੇ ਪੱਖ 'ਚ ਨਹੀਂ ਗਿਆ ਸੀ ਡਿਸੀਜ਼ਨ। ਉਦੋਂ ਬਾਅਦ ਜੀ ਇਹਨੇ ਖੁਰਾਸਾਨ ਐਕਸਪੀਡੀਸ਼ਨ ਕੀਤੀ, ਠੀਕ ਹੈ ਜੀ। ਫਿਰ ਕੀ ਕੀਤੀ ਜੀ? ਕਰਾਚੀਲ ਐਕਸਪੀਡੀਸ਼ਨ, ਠੀਕ ਹੈ। ਤਾਂ 5 ਕਰਕੇ ਜੀ 5 ਕਾਰਨਾਂ ਕਰਕੇ ਮੁਹੰਮਦ ਬਿਨ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਰਾਜਾ ਕਿਹਾ ਜਾਂਦਾ ਹੈ, ਠੀਕ ਹੈ ਜੀ। ਹੋਰ ਆਪਾਂ ਮੁਹੰਮਦ ਬਿਨ ਤੁਗਲਕ ਦੇ ਨਾਲ ਸੰਬੰਧਿਤ ਕੀ ਯਾਦ ਰੱਖ ਸਕਦੇ ਹਾਂ? ਇਹਦੀ ਜਿਹੜੀ ਡੈਥ ਹੋਈ ਹੈ ਉਹ ਕਿੱਥੇ ਹੋਈ ਹੈ ਜੀ? ਥੱਟਾ ਪਲੇਸ ਹੈ ਜੀ ਸਿੰਧ ਦੇ ਵਿੱਚ, ਉੱਥੇ ਕੀ ਹੈ ਜਿਹਦੀ ਡੈਥ ਹੋ ਜਾਂਦੀ ਹੈ, ਠੀਕ ਹੈ ਜੀ। ਅਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ ਗਾਹਾਂ ਆਪਸ਼ਨ ਦੇ ਵਿੱਚ? ਫਿਰੋਜ਼ ਸ਼ਾਹ ਤੁਗਲਕ ਪਿਆ ਜੀ। ਫਿਰੋਜ਼ ਸ਼ਾਹ ਤੁਗਲਕ ਦੇ ਨਾਲ ਸੰਬੰਧਿਤ ਪੇਪਰ ਦੇ ਵਿੱਚ 7 ਤੋਂ 8 ਕੁਐਸਚਨ ਨੇ ਜਿਹੜੇ ਉਹ ਬਣ ਸਕਦੇ ਨੇ। ਫਿਰੋਜ਼ ਸ਼ਾਹ ਤੁਗਲਕ ਕੀ ਹੈ ਜੀ? ਇੱਕ ਟਪਾਰਾ ਅਤੇ ਇੱਕ ਮੇਰਠ ਦੇ ਵਿੱਚ 2 ਪਿੱਲਰ ਸੀਗੇ ਕਿਹਦੇ? ਅਸ਼ੋਕ ਦੇ, ਠੀਕ ਹੈ ਜੀ। ਉਹਨਾਂ ਨੂੰ ਪੜ੍ਹਨ ਦੇ ਲਈ ਚੱਕ ਲਿਆ, ਠੀਕ ਹੈ ਜੀ ਗੱਲ। ਪੇਪਰ 'ਚ ਪੁੱਛ ਸਕਦੇ ਆ। ਇੱਕ ਫਿਰੋਜ਼ ਸ਼ਾਹ ਤੁਗਲਕ ਨੇ ਕੁਤਬ ਮੀਨਾਰ ਜਿਹੜੀ ਬਣਾਈ ਸੀ ਕਿਹਨੇ? ਥੋੜ੍ਹਾ ਤੁਹਾਨੂੰ ਮੈਂ ਦੱਸ ਦਿੰਦਾ, ਪਹਿਲਾਂ ਮੈਂ ਤੁਹਾਨੂੰ ਕੁਐਸਚਨ ਦੱਸਦਾ। ਦੇਖੋ ਕਿ ਕੁਐਸਚਨ ਕੀ ਬਣੂਗਾ। ਟਪਾਰਾ ਅਤੇ ਮੇਰਠ ਦੇ 2 ਪਿੱਲਰ ਕੌਣ ਚੱਕ ਕੇ ਲਿਆਇਆ ਜੀ? ਫਿਰੋਜ਼ ਸ਼ਾਹ ਤੁਗਲਕ। ਕੁਤਬ ਮੀਨਾਰ ਨੂੰ ਰਿਪੇਅਰ ਕਰਾਇਆ ਸੀਗਾ ਕਿਹਨੇ? ਫਿਰੋਜ਼ ਸ਼ਾਹ ਤੁਗਲਕ ਨੇ, ਕਿਉਂਕਿ ਉਹਦੇ ਉੱਤੇ ਕੀ ਡਿੱਗ ਪਈ ਸੀਗੀ ਜੀ? ਬਿਜਲੀ ਡਿੱਗ ਪਈ ਸੀਗੀ, ਠੀਕ ਹੈ ਜੀ ਗੱਲ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਫਿਰੋਜ਼ ਸ਼ਾਹ ਤੁਗਲਕ ਨੇ ਕੀ ਕੀਤਾ ਜੀ? 2 ਟੈਕਸ ਲਾਏ ਸੀਗੇ ਜੀ, ਕਿਹੜੇ? ਹੱਕ ਏ ਸ਼ਰਾਬ, ਦੂਜਾ ਸੀਗਾ ਜਿਹੜਾ ਉਹ ਹਾਸਿਲ ਏ ਸ਼ਰਾਬ। ਹੱਕ ਏ ਸ਼ਰਾਬ ਅਤੇ ਹਾਸਿਲ ਏ ਸ਼ਰਾਬ ਜੋੜੇ 2 ਟੈਕਸ ਲਾਏ ਸੀ। ਉਹ ਦੋਨੇ ਕਿਹੜੇ ਸੀਗੇ ਜੀ? ਇਹ ਵਾਟਰ ਟੈਕਸ ਸੀਗੇ ਜਿਹੜੇ ਕਿਹਨੇ ਲਾਏ ਜੀ? ਫਿਰੋਜ਼ ਸ਼ਾਹ ਤੁਗਲਕ ਨੇ ਲਾਏ। ਫਿਰੋਜ਼ ਸ਼ਾਹ ਤੁਗਲਕ ਨੇ ਇੱਕ ਕੀ ਕੀਤਾ ਸੀਗਾ ਜੀ? ਦੀਵਾਨ ਏ ਖੈਰਾਤ ਡਿਪਾਰਟਮੈਂਟ ਇੰਟਰੋਡਿਊਸ ਕੀਤਾ, ਜਿਹੜਾ ਕਾਹਦੇ ਵਾਸਤੇ ਸੀਗਾ ਜੀ? ਪੂਅਰ ਕੁੜੀਆਂ ਦੇ ਮਤਲਬ ਵਿਆਹ ਦੇ ਲਈ ਕੀ ਸੀਗਾ? ਇਹ ਡਿਪਾਰਟਮੈਂਟ ਸੀਗਾ। ਇੱਕ ਡਿਪਾਰਟਮੈਂਟ ਫਿਰੋਜ਼ ਸ਼ਾਹ ਤੁਗਲਕ ਦਾ ਹੋਰ ਨਹੀਂ ਭੁੱਲਣਾ ਤੁਸੀਂ ਜੀ, ਕਿਹੜਾ ਜੀ? ਉਹ ਹੈਗਾ ਗਾ ਦੀਵਾਨ ਏ ਬੰਦਾ ਗੌਨ। ਇੰਪੋਰਟੈਂਟ ਆ ਬੱਚਿਓ, ਦੀਵਾਨ ਏ ਬੰਦਾ ਗੌਨ ਜਿਹੜਾ ਇੱਕ ਡਿਪਾਰਟਮੈਂਟ ਕਾਹਦੇ ਨਾਲ ਸੰਬੰਧਿਤ ਹੈ? ਡਿਪਾਰਟਮੈਂਟ ਆਫ ਸਲੇਵਸ, ਮਤਲਬ ਦਾਸੀਆਂ ਦੇ ਲਈ ਇੱਕ ਕੀ ਹੈ ਜੀ? ਅਲੱਗ ਹੀ ਡਿਪਾਰਟਮੈਂਟ ਸੀਗਾ ਜਿਹੜਾ ਉਹ ਬਣਾਇਆ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਇਹਨੇ 4 ਟੈਕਸ ਵੀ ਲਾਏ ਸੀ, ਕਿਹੜੇ ਕਿਹੜੇ? ਖਰਜ, ਜ਼ਕਤ, ਇੰਪੋਰਟੈਂਟ ਆ ਬੱਚਿਓ ਯਾਦ ਰੱਖਿਓ, ਜਜੀਆ, ਮੈਂ ਰਿਵੀਜ਼ਨ ਕਰਾਉਂਦਾ ਰਹੂੰਗਾ, ਖਾਮਜ਼, ਠੀਕ ਹੈ। ਆਹ 4 ਟੈਕਸ ਨੇ ਜਿਹੜੇ ਉਹ ਯਾਦ ਰੱਖਣੇ ਨੇ, ਇੰਪੋਰਟੈਂਟ ਹੈ। ਤਾਂ ਅਕਬਰ ਨੇ ਗਾਹਾਂ ਜਾ ਕੇ ਜਜੀਆ ਅਬੋਲਿਸ਼ ਕਰਤਾ ਸੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਔਰੰਗਜ਼ੇਬ ਨੇ ਜਾ ਕੇ ਫੇਰ ਲਾਤਾ ਸੀਗਾ, ਠੀਕ ਹੈ। ਹਿੰਦੂਆਂ ਦੇ ਉੱਤੇ ਟੈਕਸ ਸੀਗਾ ਇਹ, ਠੀਕ ਹੈ ਜੀ। ਤਾਂ ਸਾਰੀਆਂ ਤੁਹਾਨੂੰ ਮੈਂ ਤੁਗਲਕ ਵੰਸ਼ ਦੇ ਉੱਤੇ ਬਣਦੇ ਜਿਹੜੇ ਕੁਐਸਚਨ ਨੇ 10 ਤੋਂ 15 ਕੁਐਸਚਨ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਜੀ, ਠੀਕ ਹੈ। ਚੰਗੀ ਤਰ੍ਹਾਂ ਰੀਡ ਕਰ ਲਿਓ, ਠੀਕ ਹੈ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਇੰਟਰੋਡਿਊਸਡ ਗੱਜ ਏ ਸਿਕੰਦਰੀ? ਗੱਜ ਏ ਸਿਕੰਦਰੀ ਕਿਹਨੇ ਇੰਟਰੋਡਿਊਸ ਕੀਤੀ? ਪਹਿਲਾਂ ਆਪਾਂ ਇਹਦਾ ਜਵਾਬ ਲੈ ਲੈਂਦੇ ਹਾਂ। ਸਿਕੰਦਰ ਲੋਧੀ ਇਹਦਾ ਕੀ ਆ ਜੂਗਾ ਜੀ? ਸਹੀ ਆਨਸਰ ਆ ਜੂਗਾ। ਸਿਕੰਦਰ ਲੋਧੀ ਦਾ ਓਰੀਜਨਲ ਨੇਮ ਕੀ ਸੀਗਾ ਜੀ? ਤੁਸੀਂ ਕਹੋਗੇ ਜੀ ਨਿਜ਼ਾਮ ਖਾਨ, ਠੀਕ ਹੈ। ਨਿਜ਼ਾਮ ਖਾਨ ਕਿਹਨੂੰ ਕਿਹਾ ਜਾਂਦਾ ਸੀਗਾ? ਸਿਕੰਦਰ ਲੋਧੀ ਨੂੰ ਕਿਹਾ ਜਾਂਦਾ ਸੀ। ਦੇਖੋ ਜੀ ਹੁਣ ਪੇਪਰ 'ਚ ਪੁੱਛ ਲੈਣ ਪਹਿਲਾ ਅਫਗਾਨੀ ਵੰਸ਼ ਸੀਗਾ ਜਿਹੜਾ ਉਹ ਕਿਹੜਾ ਸੀਗਾ ਜੀ? ਤੁਸੀਂ ਕਹੋਗੇ ਲੋਧੀ ਵੰਸ਼ ਸੀਗਾ ਜਿਹੜਾ ਫਸਟ ਅਫਗਾਨੀ ਰੂਲਰ ਸੀਗੇ ਇੰਡੀਆ ਦੇ ਵਿੱਚ, ਠੀਕ ਹੈ ਜੀ। ਤਾਂ ਲੋਧੀ ਵੰਸ਼ ਦੇ ਜਿਹੜੇ ਫਾਊਂਡਰ ਸੀ ਕੌਣ ਸੀਗੇ ਜੀ? ਬਹਿਲੋਲ ਲੋਧੀ ਸੀਗੇ। ਬਹਿਲੋਲ ਲੋਧੀ ਨੇ ਕੀ ਕੀਤਾ ਸੀਗਾ ਜੀ? ਬਹਿਲੋਲ ਕੋਇਨਜ਼ ਇਸ਼ੂ ਕੀਤੇ ਸੀਗੇ, ਠੀਕ ਹੈ। ਇਹ ਕਦੇ ਵੀ ਆਪਣੇ ਕੀ ਹੈ ਜੀ ਤਖਤ ਦੇ ਉੱਤੇ ਮਤਲਬ ਸਿੰਘਾਸਨ 'ਤੇ ਨਹੀਂ ਬੈਠਦਾ ਸੀਗਾ, ਠੀਕ ਹੈ। ਤਾਂ ਆਪਦੇ ਅਮੀਨਜ਼ ਦੇ ਨਾਲ ਕਾਰਪੇਟਸ 'ਤੇ ਬਹਿੰਦਾ ਸੀਗਾ, ਮਤਲਬ ਦਰੀਆਂ ਵਗੈਰਾ 'ਤੇ, ਠੀਕ ਹੈ ਜੀ ਗੱਲ। ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ। ਬਹਿਲੋਲ ਲੋਧੀ ਤੋਂ ਬਾਅਦ ਜਿਹੜਾ ਰਾਜਾ ਬਣਿਆ ਜੀ ਉਹ ਕੌਣ ਬਣਿਆ ਜੀ? ਸਿਕੰਦਰ ਲੋਧੀ ਬਣਿਆ। ਸਿਕੰਦਰ ਲੋਧੀ ਦੇ ਮੈਂ ਦੱਸ ਹੀ ਚੁੱਕਿਆ ਨਿਜ਼ਾਮ ਖਾਨ ਓਰੀਜਨਲ ਨੇਮ ਸੀਗਾ ਜੀ। ਇਹ ਫੈਨੇਟਿਕਲ ਮੁਸਲਮਾਨ ਸੀਗਾ, ਮਤਲਬ ਕੱਟੜ ਮੁਸਲਮਾਨ ਸੀਗਾ, ਠੀਕ ਹੈ। ਇਹਨੇ ਕੀ ਕਰਤਾ ਸੀਗਾ? ਮਥੁਰਾ ਦੇ ਟੈਂਪਲ ਨੂੰ ਕੀ ਕਹਤਾ ਸੀਗਾ ਵੀ ਡਿਸਟਰੋਏ ਕਰ ਦਿਓ, ਠੀਕ ਹੈ। ਉਹਦੇ ਵਾਸਤੇ ਆਰਡਰ ਦੇਤੇ ਸੀਗੇ, ਠੀਕ ਹੈ। ਇੱਕ ਇਹਨੇ ਡਿਪਾਰਟਮੈਂਟ ਇੰਟਰੋਡਿਊਸ ਕੀਤਾ ਜਿਹੜਾ ਕਿ ਆਪਣਾ ਕੁਐਸਚਨ ਹੈ ਜੀ ਗਜ ਏ ਸਿਕੰਦਰੀ। ਗਜ ਨਹੀਂ ਅੱਜ ਕੱਲ੍ਹ ਮਤਲਬ ਜ਼ਮੀਨ ਨੂੰ ਮਾਪਣ ਦੇ ਲਈ ਗਜ ਕਹਿੰਦੇ ਨੇ ਜੀ ਆਪਾਂ, ਮਤਲਬ ਆਹ 50 ਗਜ ਆ, ਆਹ 100 ਗਜ ਆ, 150 ਗਜ ਆ, ਉਹ ਵਾਲਾ ਸਿਸਟਮ ਹੈ ਜਿਹੜਾ ਲੈ ਕੇ ਆਇਆ। ਕੌਣ ਲੈ ਕੇ ਆਇਆ? ਸਿਕੰਦਰ ਲੋਧੀ ਲੈ ਕੇ ਆਇਆ, ਠੀਕ ਹੈ। ਇਹਦੇ ਪੈਨ ਨੇਮ ਪੇਪਰ 'ਚ ਪੁੱਛ ਲੈਂਦੇ, ਇਹਦੀ ਪੈਨ ਦਾ ਇਹ ਨਾ ਲਿਖਦਾ ਸੀਗਾ, ਠੀਕ ਹੈ। ਉਹ ਪੈਨ ਨੇਮ ਕੀ ਸੀ ਇਹਦਾ ਜੀ? ਗੁਰਮੁਖੀ ਸੀਗਾ। ਪੇਪਰ 'ਚ ਪੁੱਛ ਲੈਣੇ ਗੁਰਮੁਖੀ ਪੈਨ ਨੇਮ ਕਿਹਦਾ ਸੀਗਾ? ਤੁਸੀਂ ਕਹੋਗੇ ਜੀ ਸਿਕੰਦਰ ਲੋਧੀ ਦਾ, ਠੀਕ ਹੈ। ਸਿਕੰਦਰ ਲੋਧੀ ਦੇ ਬਾਰੇ ਆਪਾਂ ਹੋਰ ਕੀ ਯਾਦ ਰੱਖ ਸਕਦੇ ਹਾਂ? ਸੁਪਰ ਇੰਪੋਰਟੈਂਟ ਅਗਲਾ ਜਿਹੜਾ ਮੈਂ ਦੱਸਣ ਜਾਣਾ ਜੀ, ਕੀ ਦੱਸੂਗਾ ਸਿਕੰਦਰ ਲੋਧੀ ਦੇ ਬਾਰੇ? ਪੇਪਰ 'ਚ ਪੁੱਛ ਲੈਂਦਾ ਕਬੀਰ
ਕਿਹਦਾ ਕੰਟੈਂਪਰੇਰੀ ਸੀ, ਆਪਸ਼ਨ ਦੇ ਵਿੱਚ ਪਿਆ ਹੋਊਗਾ ਸਿਕੰਦਰ ਲੋਧੀ। ਠੀਕ ਹੈ ਜੀ, ਗੱਲ ਤਾਂ ਯਾਦ ਰੱਖਿਓ, ਕਬੀਰ ਯਾਦ ਰੱਖਿਓ, ਸਿਕੰਦਰ ਲੋਧੀ ਦੇ ਕੰਟੈਂਪਰੇਰੀ ਸੀਗੇ। ਇਬਰਾਹਿਮ ਲੋਧੀ ਲੋਧੀ ਵੰਸ਼ ਦਾ ਲਾਸਟ ਰੂਲਰ ਸੀਗਾ, ਜਿਹਨੇ ਕੀ ਕੀਤਾ ਸੀਗਾ ਜੀ ਆਪਣੇ ਮਤਲਬ ਇੰਡੀਆ ਦੇ ਲਈ ਕੀ ਹੈ ਕੰਡੇ ਬੀਜੇ ਨੇ। ਠੀਕ ਹੈ, ਮੁਗਲ ਵੰਸ਼ ਸੀਗਾ ਜਿਹੜਾ ਉਹ, ਇਸ ਤੋਂ ਬਾਅਦ ਹੀ ਕੀ ਹੈ ਜੀ ਬਾਬਰ ਨੂੰ ਇਨਵਾਈਟ ਕਰਨ ਵਾਲਾ ਮਤਲਬ ਕੀ ਹੈ ਇਬਰਾਹਿਮ ਲੋਧੀ ਨੇ ਬਹੁਤ ਹੱਥ ਚੁੱਕ ਰੱਖੀ ਸੀਗੀ। ਠੀਕ ਹੈ, ਜਿਹਦੇ ਕਰਕੇ ਕੀ ਕੀਤਾ ਗਿਆ ਜੀ ਮਹਿਮੂਦ ਲੋਧੀ, ਰਾਣਾ ਸੰਗਾ ਮੈਵਾੜ, ਠੀਕ ਹੈ ਜੀ ਗੱਲ, ਇਹਨਾਂ ਨੇ ਕੀ ਕੀਤਾ ਜੀ ਬਾਬਰ ਨੂੰ ਕੀ ਕਰਤਾ ਇਨਵਾਈਟ ਕਰਤਾ। ਠੀਕ ਹੈ ਜੀ ਗੱਲ, ਅਤੇ ਉਹਨੇ ਕੀ ਕੀਤਾ ਜੀ ਪਹਿਲੀ ਲੜਾਈ ਕਾਹਦੀ ਪਾਣੀਪਤ ਦੀ 1526 ਦੇ ਵਿੱਚ ਕੀ ਕਰਤਾ ਇਬਰਾਹਿਮ ਲੋਧੀ ਨੂੰ ਬਾਬਰ ਨੇ ਹਰਾਤਾ ਸੀਗਾ। ਠੀਕ ਹੈ ਜੀ ਗੱਲ, ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ, ਤੁਹਾਨੂੰ ਮੈਂ ਅਗਲਾ ਹੋਰ ਵੀ ਦੱਸ ਦਿੰਦਾ। ਤਾਂ ਬਸ ਇੰਨੀਆਂ ਗੱਲਾਂ ਯਾਦ ਰੱਖ ਲਿਓ, ਆਪਾਂ ਅੱਗੇ ਜਿਵੇਂ ਜਿਵੇਂ ਕੁਐਸਚਨ ਆਈ ਜਾਣਗੇ ਸੋ ਜ਼ਿਆਦਾ ਹੋ ਜਾਂਦਾ, ਬੱਚੇ ਇੰਨਾ ਕੁ ਪੜ੍ਹ ਨਹੀਂ ਪਾਉਂਦੇ ਹੈਗੇ। ਠੀਕ ਹੈ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਚਾਰ ਮੀਨਾਰ ਵਾਜ਼ ਬਿਲਟ ਬਾਏ, ਚਾਰ ਮੀਨਾਰ ਹੈ ਜਿਹੜੀ ਉਹ ਕਿਹਨੇ ਬਿਲਟ ਕੀਤੀ, ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਤਾਂ ਕੁਲੀ ਕੁਤਬ ਸ਼ਾਹ, ਮੇ ਵੀ ਸ਼ਾਇਦ ਇਹ ਨਾ ਪਿਛਲੀ ਵਾਰ ਟੈਟ ਦਾ ਇੱਕ ਕੁਐਸਚਨ ਪੇਪਰ ਹੋਇਆ ਸੀਗਾ, ਉਹਦੇ ਵਿੱਚ ਇਹ ਆਇਆ ਸੀਗਾ। ਹੁਣ ਇਹ ਨਹੀਂ ਪਤਾ ਮੈਨੂੰ ਪਿਛਲੇ ਤੋਂ ਪਿਛਲਾ ਸੀ ਜਾਂ ਜ਼ਰੂਰ ਆਇਆ ਜ਼ਰੂਰ ਸੀ, ਅਤੇ ਹੈਗਾ ਵੀ ਇਹ ਇੰਪੋਰਟੈਂਟ ਹੈ, ਸਟਾਰ ਲਾ ਲਿਓ। ਚਾਰ ਮੀਨਾਰ ਬਣਾਈ ਕਿਹਨੇ, ਕੁਲੀ ਕੁਤਬ ਸ਼ਾਹ ਨੇ ਬਣਾਈ। ਚਾਰ ਮੀਨਾਰ ਪੇਪਰ 'ਚ ਪੁੱਛ ਲੈਂਦੇ ਕਿੱਥੇ ਹੈ ਜੀ, ਹੈਦਰਾਬਾਦ ਦੇ ਵਿੱਚ ਹੈ। ਠੀਕ ਹੈ, ਕੁਲੀ ਕੁਤਬ ਸ਼ਾਹ ਨੇ ਚਾਰ ਮੀਨਾਰ ਤੋਂ ਇਲਾਵਾ ਹੋਰ ਕੀ ਬਣਾਇਆ ਜੀ, ਗੋਲਕੰਡਾ ਫੋਰਟ ਵੀ ਬਣਾਇਆ ਜੀ ਇਹਨੇ। ਠੀਕ ਹੈ, ਯਾਦ ਰੱਖੋਗੇ, ਇੰਪੋਰਟੈਂਟ ਹੈ। ਹੋਰ ਆਪਾਂ ਕੀ ਯਾਦ ਰੱਖ ਸਕਦੇ, ਆਪਸ਼ਨ ਦੇ ਵਿੱਚ ਨਰਸਿਮਹਾ ਦੇਵ ਵਨ, ਨਰਸਿਮਹਾ ਦੇਵ ਵਨ ਦੇ ਬਾਰੇ ਤੁਸੀਂ ਸੁਪਰ ਇੰਪੋਰਟੈਂਟ ਗੱਲ, ਪੇਪਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਇਹਦੇ ਨਾਲ ਸੰਬੰਧਿਤ ਬਣ ਸਕਦਾ ਹੈ। ਕੀ ਹੈ ਜੀ, ਨਰਸਿਮਹਾ ਦੇਵ ਵਨ ਨੇ ਕੀ ਕੀਤਾ ਸੀਗਾ, ਸਨ ਟੈਂਪਲ ਹੈ ਜਿਹੜਾ, ਸਨ ਟੈਂਪਲ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਜੀ ਬਲੈਕ ਪਗੋੜਾ। ਠੀਕ ਹੈ, ਬਲੈਕ ਪਗੋੜਾ ਕਹਿ ਦਿੰਦੇ ਹਾਂ। ਠੀਕ ਹੈ, ਉੜੀਸਾ ਦੇ ਵਿੱਚ ਕੋਨਾਰਕ ਦੇ ਵਿੱਚ ਇਹਨੂੰ ਬਣਾਇਆ ਸੀਗਾ ਕਿਹਨੇ, ਨਰਸਿਮਹਾ ਦੇਵ ਵਨ ਨੇ। ਠੀਕ ਹੈ, ਇੱਕ ਟੈਂਪਲ ਤੁਸੀਂ ਹੋਰ ਯਾਦ ਰੱਖਣਾ ਹੈ ਜਿਹਦਾ ਨਾਮ ਹੈਗਾ ਜੀ ਜਗਨਨਾਥ ਟੈਂਪਲ। ਜਗਨਨਾਥ ਟੈਂਪਲ ਹੈ ਜਿਹੜਾ ਉਹ ਕਿਹਨੇ ਬਣਾਇਆ ਜੀ, ਇਹ ਵੀ ਉੜੀਸਾ ਦੇ ਵਿੱਚ ਹੈ, ਅਤੇ ਬਣਾਇਆ ਕਿਹਨੇ ਹੈ ਜੀ ਇਹ ਅਨੰਤ ਵਰਮਨ ਨੇ। ਠੀਕ ਹੈ ਜੀ, ਅਨੰਤ ਵਰਮਨ ਨੇ। ਠੀਕ ਹੈ ਜੀ ਗੱਲ, ਪੁਰੀ ਦੇ ਵਿੱਚ ਹੈ ਇਹ, ਜਗਨਨਾਥਪੁਰੀ ਉੜੀਸਾ ਦੇ ਵਿੱਚ। ਠੀਕ ਹੈ ਜੀ ਗੱਲ, ਯਾਦ ਰੱਖੋਗੇ, ਇਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਹੋਰ ਆਪਾਂ ਇੱਕ ਨਾ ਮੈਂ ਤੁਹਾਨੂੰ ਬਿਲਡਿੰਗਾਂ ਦੇ ਨਾਲ ਸੰਬੰਧਿਤ ਦੱਸ ਦਿੰਦਾ ਜੀ। 1983 ਦੇ ਵਿੱਚ ਹੈਰੀਟੇਜ ਸਾਈਟਸ ਜਿਹੜੀਆਂ ਡਿਕਲੇਅਰ ਕੀਤੀਆਂ ਸੀ 1983 ਦੇ ਵਿੱਚ, ਚਾਰ ਕੀਤੀਆਂ ਸੀਗੀਆਂ ਜੀ, ਕਿਹੜੀਆਂ ਕਿਹੜੀਆਂ, ਅਜੰਤਾ ਕੇਵਸ ਜਾਣਦੇ ਹੋ ਸਾਰੇ ਤੁਸੀਂ, ਐਲੋਰਾ ਕੇਵਸ, ਠੀਕ ਹੈ ਇਹ ਵੀ ਤੁਸੀਂ ਜਾਣਦੇ ਹੋ। ਠੀਕ ਹੈ, ਤਾਜ ਮਹਿਲ ਅਤੇ ਆਗਰਾ ਫੋਰਟ, ਇਹਨਾਂ ਨੂੰ ਮਤਲਬ ਕਿ ਹੈਰੀਟੇਜ ਸਾਈਟ ਦਾ ਦਰਜਾ ਕਦੋਂ ਮਿਲਿਆ ਜੀ, 1983 ਦੇ ਵਿੱਚ ਮਿਲਿਆ। ਆਗਰੇ ਦਾ ਜਿਹੜਾ ਕਿਲ੍ਹਾ ਬਣਾਇਆ ਸੀ ਉਹਨੇ, ਆਗਰੇ ਦਾ ਕਿਲ੍ਹਾ ਨਹੀਂ ਜੀ, ਆਗਰੇ ਦੇ ਵਿੱਚ ਕੀ ਹੈ ਜੀ ਤਾਜ ਮਹਿਲ ਹੈ। ਤਾਜ ਮਹਿਲ ਕਿਹਨੇ ਬਣਾਇਆ ਜੀ, ਸ਼ਾਹਜਹਾਂ ਨੇ। ਸ਼ਾਹਜਹਾਂ ਨੇ ਕਦੋਂ ਜੀ, 1632 ਤੋਂ ਲੈ ਕੇ 1653 ਤੱਕ ਜੀ। ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਇਹ ਮਤਲਬ ਕਿਹਦੀ ਯਾਦ ਦੇ ਵਿੱਚ ਬਣਾਇਆ ਜੀ, ਸ਼ਾਹਜਹਾਂ ਨੇ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਬਣਾਇਆ ਜੀ। ਮੁਮਤਾਜ਼ ਮਹਿਲ ਦਾ ਪੇਪਰ ਦੇ ਵਿੱਚ ਓਰੀਜਨਲ ਨੇਮ ਪੁੱਛ ਲਿਆ ਜਾਂਦਾ ਹੈ ਜੀ, ਕੀ ਸੀਗਾ ਜੀ, ਆਰਜੂਮੰਦ ਬਾਨੋ ਬੇਗਮ। ਠੀਕ ਹੈ, ਯਾਦ ਰੱਖੋਗੇ, ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜੂਗਾ ਜੀ ਕੁਐਸਚਨ ਦਾ, ਕੁਲੀ ਕੁਤਬ ਸ਼ਾਹ ਇਹਦਾ ਸਹੀ ਆਨਸਰ ਹੈ ਜੀ। ਈਅਰ ਆਫ ਬੈਟਲ ਆਫ ਹਲਦੀ ਘਾਟੀ, ਬੈਟਲ ਆਫ ਹਲਦੀ ਘਾਟੀ ਕਦੋਂ ਹੋਈ ਹੈ ਜੀ, ਤਾਂ ਤੁਸੀਂ ਯਾਦ ਰੱਖੋਗੇ 1576। ਇਹ ਵੀ ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, ਈਅਰ ਵੀ ਪੁੱਛਿਆ ਜਾਂਦਾ ਹੈ। ਠੀਕ ਹੈ ਜੀ, ਕਿਹਦੇ ਕਿਹਦੇ ਵਿਚਕਾਰ ਹੋਈ ਹੈ ਜੀ, ਤਾਂ ਤੁਸੀਂ ਕਹੋਗੇ ਜੀ ਅਕਬਰ ਅਤੇ ਮਹਾਰਾਣਾ ਪ੍ਰਤਾਪ ਦੇ ਵਿਚਕਾਰ ਹੋਈ ਹੈ। ਪਰ ਅਕਬਰ ਦੀਆਂ ਜਿਹੜੀਆਂ ਫੋਰਸਿਸ ਨੂੰ ਲੀਡ ਕਰ ਰਿਹਾ ਸੀ ਉਹ ਕੌਣ ਕਰ ਰਿਹਾ ਸੀ, ਰਾਜਾ ਮਾਨ ਸਿੰਘ। ਠੀਕ ਹੈ, ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ। ਠੀਕ ਹੈ ਜੀ, 1572 ਆਪਸ਼ਨ ਦੇ ਵਿੱਚ ਪਿਆ ਜੀ। 1572 ਦੇ ਵਿੱਚ ਅਕਬਰ ਨੇ ਕੀ ਕੀਤਾ ਸੀਗਾ ਜੀ, ਗੁਜਰਾਤ ਜਿੱਤਿਆ ਸੀ। ਸੁਪਰ ਇੰਪੋਰਟੈਂਟ ਹੈ ਜੀ, ਅਕਬਰ ਨੇ ਗੁਜਰਾਤ ਕਦੋਂ ਜਿੱਤਿਆ, 1572 ਦੇ ਵਿੱਚ ਜਿੱਤਿਆ। ਠੀਕ ਹੈ ਜੀ, ਗੁਜਰਾਤ ਜਿੱਤਣ ਦੀ ਖੁਸ਼ੀ ਦੇ ਵਿੱਚ ਅਕਬਰ ਨੇ ਕੀ ਬਣਾਇਆ ਜੀ, ਬੁਲੰਦ ਦਰਵਾਜ਼ਾ ਬਣਾਇਆ ਜੀ। ਬੁਲੰਦ ਦਰਵਾਜ਼ਾ ਕਿਹਦੀ ਖੁਸ਼ੀ ਦੇ ਵਿੱਚ ਬਣਵਾਇਆ, ਗੁਜਰਾਤ ਜਿੱਤਣ ਦੀ ਖੁਸ਼ੀ ਦੇ ਵਿੱਚ। ਠੀਕ ਹੈ ਜੀ, ਬੁਲੰਦ ਦਰਵਾਜ਼ਾ ਹੈ ਕਿੱਥੇ ਜੀ, ਫਤਿਹਪੁਰ ਸਿਕਰੀ। ਅਕਬਰ ਨੇ ਆਪਣੀ ਰਾਜਧਾਨੀ ਜਿਹੜੀ ਆਗਰੇ ਤੋਂ ਫਤਿਹਪੁਰ ਸਿਕਰੀ ਵੀ ਚੇਂਜ ਕਰਤੀ ਸੀਗੀ, ਕਿਉਂ, ਕਿਉਂਕਿ ਉਹਦੇ ਮਤਲਬ ਕਾਫੀ ਸਮੇਂ ਤੋਂ ਕੀ ਹੈ ਜੀ ਔਲਾਦ ਨਹੀਂ ਹੋ ਰਹੀ ਸੀ। ਠੀਕ ਹੈ ਜੀ, ਤਾਂ ਉਦੋਂ ਬਾਅਦ ਕੀ ਹੈ ਜੀ ਉਹਨਾਂ ਦੇ ਮਤਲਬ ਕੀ ਹੈ ਜੀ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਸੀਗਾ ਕੀ ਸੀਗਾ ਜੀ, ਸਲੀਮ, ਜਿਹੜਾ ਕਿ ਵੱਡਾ ਹੋ ਕੇ ਕੀ ਬਣਿਆ ਜੀ, ਜਹਾਂਗੀਰ ਬਣਿਆ। ਠੀਕ ਹੈ, ਤਾਂ ਉੱਥੇ ਜਿਹੜੀਆਂ ਬਲੈਸਿੰਗਸ ਦਿੱਤੀਆਂ ਸੀ ਉਹ ਅਕਬਰ ਨੂੰ ਕਿਹਨੇ ਦਿੱਤੀਆਂ ਸੀ, ਸ਼ੇਖ ਸਲੀਮ ਚਿਸ਼ਤੀ ਨੇ ਕੀ ਹੈ ਜੀ ਆਪਦੀਆਂ ਬਲੈਸਿੰਗਸ ਦੇ ਨਾਲ ਮਤਲਬ ਕੀ ਕੀਤਾ ਸੀਗਾ, ਸਲੀਮ ਮਤਲਬ ਹੋਇਆ ਸੀਗਾ। ਠੀਕ ਹੈ ਜੀ, ਅਤੇ
ਤਾਂ ਕਰਕੇ ਉਹਦਾ ਜਿਹੜਾ ਨਾਮ ਸੀਗਾ ਹੋਰ ਕੀ ਸੀਗਾ ਜੀ, ਸ਼ੇਖੂ ਬਾਬਾ ਵੀ ਕਹਿੰਦੇ ਨੇ ਕਿਹਨੂੰ, ਸਲੀਮ ਨੂੰ। ਠੀਕ ਹੈ ਜੀ ਗੱਲ। ਤਾਂ ਨਾਟਕ ਸਾਰੇ ਦੇਖਦੇ ਹੋਵੋਗੇ। 1572 ਵੀ ਹੋ ਗਿਆ, 1576 ਵੀ ਹੋ ਗਿਆ, ਆਪਸ਼ਨ ਦੇ ਵਿੱਚ 1581 ਹੋ ਗਿਆ ਜੀ। 81 ਕੀ ਹੈ, 81 ਦੇ ਵਿੱਚ ਕੀ ਹੋਇਆ ਜੀ, ਅਕਬਰ ਨੇ ਇੱਕ ਧਰਮ ਚਲਾਇਆ ਸੀ, ਦੀਨ ਏ ਇਲਾਹੀ। ਦੀਨ ਏ ਇਲਾਹੀ ਧਰਮ ਹੈ ਜਿਹੜਾ, ਉਹ ਕਿਹਨੇ ਚਲਾਇਆ, ਪੇਪਰ 'ਚ ਪੁੱਛ ਲੈਂਦੇ ਆ, ਅਕਬਰ ਨੇ ਚਲਾਇਆ। ਇੱਕ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਹੀ ਚੁੱਕਿਆ, ਇੱਕ ਜਿਲ ਏ ਇਲਾਹੀ, ਠੀਕ ਹੈ, ਇੱਕ ਦੀਨ ਏ ਇਲਾਹੀ। ਜਿਲ ਏ ਇਲਾਹੀ ਦਾ ਮਤਲਬ ਕੀ ਸੀਗਾ, ਸ਼ੈਡੋ ਆਫ ਗੋਡ, ਜੋ ਆਪਣੇ ਆਪ ਨੂੰ ਕੌਣ ਕਹਿੰਦਾ ਸੀਗਾ ਜੀ, ਬਲਬਨ ਕਹਿੰਦਾ ਸੀ। ਇੱਥੇ ਦੀਨ ਏ ਇਲਾਹੀ ਹੈ, ਇਹ ਇੱਕ ਧਰਮ ਹੈ ਜੀ, ਰਿਲੀਜੀਅਸ ਡਿਪਾਰਟਮੈਂਟ ਹੈ ਜਿਹੜਾ ਕਿ ਅਕਬਰ ਨੇ 1581 ਦੇ ਵਿੱਚ ਚਲਾਇਆ। ਸਿਰਫ ਤੇ ਸਿਰਫ ਇਹਨੂੰ ਇੱਕ ਬੰਦੇ ਨੇ ਅਡੋਪਟ ਕੀਤਾ ਸੀ, ਕਿਹਨੇ ਜੀ, ਬੀਰਬਲ ਨੇ। ਠੀਕ ਹੈ, ਬੀਰਬਲ ਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ ਜੀ। ਬੀਰਬਲ ਦਾ ਓਰੀਜਨਲ ਨੇਮ ਪੁੱਛ ਲਿਆ ਜਾਂਦਾ, ਮਹੇਸ਼ ਦਾਸ ਹੈ। ਇਹਨੂੰ ਅਕਬਰ ਦਾ ਕਿੰਗ ਕਿਹਾ ਜਾਂਦਾ ਜੀ। ਠੀਕ ਹੈ ਜੀ ਗੱਲ। ਅਕਬਰ ਦੇ 9 ਰਤਨ ਸੀਗੇ, ਸਾਰਿਆਂ ਨੂੰ ਤੁਹਾਨੂੰ ਪਤਾ ਹੈ ਜੀ। ਠੀਕ ਹੈ, ਇੱਕ ਇੰਪੋਰਟੈਂਟ ਰਤਨ ਜਿਹੜਾ ਹੈਗਾ ਜੀ, ਤੁਸੀਂ ਯਾਦ ਰੱਖ ਲਿਓ, ਫੈਜ਼ੀ। ਫੈਜ਼ੀ ਦੀ ਕਿਤਾਬ ਨਹੀਂ ਭੁੱਲਣੀ ਸਾਰਿਆਂ ਨੇ। ਲੀਲਾਵਤੀ, ਲੀਲਾਵਤੀ ਬੁੱਕ ਕਾਹਦੇ ਨਾਲ ਸੰਬੰਧਿਤ ਹੈ ਜੀ, ਮੈਥੇਮੈਟਿਕਸ ਦੇ ਨਾਲ ਸੰਬੰਧਿਤ ਹੈ। ਕਿਹਨੇ ਲਿਖੀ ਹੈ ਜੀ, ਫੈਜ਼ੀ ਨੇ ਲਿਖੀ ਹੈ। ਐਬੁਲ ਫੈਜ਼ਲ ਸੀਗਾ। ਇੱਕ ਤੁਸੀਂ ਹੋਰ ਯਾਦ ਰੱਖਣਾ ਹੈ ਜੀ, ਟੋਡਰਮਲ। ਠੀਕ ਹੈ ਜੀ, ਟੋਡਰਮਲ ਸੀਗਾ, ਜੋ ਵੀ ਇਹਦਾ ਕੀ ਸੀਗਾ ਜੀ, ਵਿਦਵਾਨਾਂ ਦੇ ਵਿੱਚੋਂ, ਮਤਲਬ ਸਕੋਲਰਸ ਦੇ ਵਿੱਚੋਂ। ਠੀਕ ਹੈ, ਇਹਦੇ ਨਵਰਤਨਾਂ ਦੇ ਵਿੱਚੋਂ ਇੱਕ ਸੀਗਾ। ਇਹਨੇ ਟੋਡਰਮਲ ਬੰਦੋਬਸਤ ਵੀ ਸਟਾਰਟ ਕੀਤਾ। ਕਿਹਨੇ ਜੀ, ਅਕਬਰ ਨੇ ਲੈ ਕੇ ਕੌਣ ਆਇਆ, ਟੋਡਰਮਲ ਟੋਡਰਮਲ ਲੈ ਕੇ ਆਇਆ। ਠੀਕ ਹੈ ਜੀ ਗੱਲ। ਤਾਂ ਯਾਦ ਰੱਖੋਗੇ, ਇੰਪੋਰਟੈਂਟ ਹੈ। ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ ਜੀ, ਮਨਸਬਦਾਰੀ ਸਿਸਟਮ। ਮਨਸਬਧਾਰੀ ਸਿਸਟਮ ਵੀ ਕਿਹਨੇ ਇੰਟਰੋਡਿਊਸ ਕੀਤਾ ਜੀ, ਅਕਬਰ ਨੇ ਜੇ ਕੀਤਾ ਜੀ। 1542 ਦਾ ਅਕਬਰ ਦਾ ਜਨਮ ਹੈ ਜੀ। ਠੀਕ ਹੈ ਗੱਲ। 14 ਸਾਲ ਦੀ ਉਮਰ ਦੇ ਵਿੱਚ, ਜਾਣੀ ਕਿ 1556 ਦੇ ਵਿੱਚ ਕਲਾਨੌਰ ਦੇ ਵਿੱਚ ਇਹਨੂੰ ਕੀ ਹੈ ਜੀ, ਬੈਰਾਮ ਖਾਨ ਨੇ ਕੀ ਕਰਤਾ ਸੀ, ਕਿੰਗ ਬਣਾਤਾ ਸੀਗਾ। ਠੀਕ ਹੈ ਜੀ ਗੱਲ। ਅਕਬਰ ਇੱਕ ਮਤਲਬ ਪੜ੍ਹਿਆ ਲਿਖਿਆ ਰਾਜਾ ਨਹੀਂ ਸੀਗਾ, ਠੀਕ ਹੈ, ਅਨਪੜ੍ਹ ਸੀਗਾ। ਸੋ ਪਰ ਉਹ ਇੰਨਾ ਕੁ ਜ਼ਿਆਦਾ ਕਾਮਯਾਬ ਹੋਇਆ, ਤਾਂ ਕਰਕੇ ਉਹਨੂੰ ਕੀ ਕਿਹਾ ਜਾਂਦਾ ਜੀ, ਰੀਅਲ ਫਾਊਂਡਰ ਆਫ ਮੁਗਲ ਅੰਪਾਇਰ ਕਿਹਾ ਜਾਂਦਾ। ਇਹਨੇ ਆਪਣੀ ਜਿਹੜੀ ਭਾਸ਼ਾ ਸੀਗੀ, ਆਪਣੀ ਮਤਲਬ ਜਿਹੜੀ ਉਹਦਾ ਰਾਜ ਸੀਗਾ, ਉਹਦੇ ਵਿੱਚ ਅਫੀਸ਼ੀਅਲ ਲੈਂਗੁਏਜ ਕਿਹੜੀ ਬਣਾਈ ਜੀ, ਪਰਸੀਅਨ ਬਣਾਈ। ਕਿਹਨੇ, ਅਕਬਰ ਨੇ। ਠੀਕ ਹੈ ਜੀ ਗੱਲ। ਪਹਿਲਾ ਮੁਗਲ ਰੂਲਰ, ਪੇਪਰ 'ਚ ਪੁੱਛ ਲੈਂਦੇ ਆ, ਪਹਿਲਾ ਮੁਗਲ ਰੂਲਰ ਜਿਹਨੇ ਕੀ ਹੈ, ਪੋਲੀਟਿਕਸ ਤੋਂ ਕੀ ਕੀਤਾ ਜੀ, ਰਿਲੀਜੀਅਸ ਨੂੰ, ਧਰਮ ਨੂੰ ਕੀ ਕੀਤਾ, ਵੱਖ ਕੀਤਾ, ਤਾਂ ਉਹ ਕੌਣ ਸੀਗਾ ਜੀ, ਅਕਬਰ ਸੀਗਾ। ਇਹ ਸਾਰੀਆਂ ਗੱਲਾਂ ਤੁਸੀਂ ਅਕਬਰ ਦੇ ਨਾਲ ਸੰਬੰਧਿਤ ਕੀ ਹੈ, ਯਾਦ ਕਰ ਲਓਗੇ ਤਾਂ ਇੰਪੋਰਟੈਂਟ ਆ। ਬਰਨੀਅਰ ਐਂਡ ਟਰਾਵਰਨੀਅਰ ਵਾਜ਼ ਐਨ, ਬਰਨੀਅਰ ਅਤੇ ਟਾਵਰਨੀਅਰ ਸੀਗੇ ਦੋ ਮਤਲਬ ਆਦਮੀ ਸੀਗੇ। ਇਹ ਕਿੱਥੋਂ ਬਿਲੋਂਗ ਕਰਦੇ ਸੀ, ਪਹਿਲੀ ਗੱਲ ਆਪਾਂ ਇਹਦਾ ਜਵਾਬ ਲੈ ਲੈਂਦੇ ਹਾਂ। ਇਹ ਫਰੈਂਚ ਟਰੈਵਲਰ ਸੀਗੇ। ਠੀਕ ਹੈ, ਵਰਨੀਅਰ ਅਤੇ ਟਵਰਨੀਅਰ ਇਹ ਜਿਹੜੇ ਆਏ ਸੀ, ਉਹ ਕਿਹਦੇ ਸਮੇਂ ਦੇ ਦੌਰਾਨ ਆਏ ਸੀ, ਸ਼ਾਹਜਹਾਂ ਦੇ ਸਮੇਂ ਦੇ ਵੇਲੇ ਆਏ ਸੀਗੇ। ਇੱਕ ਤੁਸੀਂ ਹੋਰ ਨਹੀਂ ਭੁੱਲਣਾ ਹੈਗਾ, ਇੱਕ ਬੰਦਾ ਹੋਰ ਆਇਆ ਸੀਗਾ। ਠੀਕ ਹੈ, ਉਹ ਸੀਗਾ ਇਟਾਲੀਅਨ ਟਰੈਵਲਰ, ਜਿਹਦਾ ਨਾਮ ਕੀ ਸੀਗਾ ਜੀ, ਨਿਕੋਲੋ ਮਨੂਕੀ। ਠੀਕ ਹੈ, ਯਾਦ ਰੱਖੋਗੇ। ਜਿਹੜੇ ਬਰਨੀਅਰ ਅਤੇ ਟਵਰਨੀਅਰ ਸੀਗੇ ਉਹ ਫਰੈਂਚ ਸੀਗੇ, ਅਤੇ ਜਿਹੜਾ ਨਿਕੋਲੋ ਮਨੂਕੀ ਸੀਗਾ ਉਹ ਇਟਾਲੀਅਨ ਸੀਗਾ। ਇਟਲੀ ਦੀ ਰਾਜਧਾਨੀ ਕੀ ਹੈ ਜੀ, ਰੋਮ ਆ। ਠੀਕ ਹੈ, ਇਹ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ। ਸ਼ਾਹਜਹਾਂ ਨੇ ਜਿਹੜਾ ਵਿਆਹ ਕਰਵਾਇਆ ਸੀ, ਉਹ ਕਿਹਦੇ ਨਾਲ ਕਰਾਇਆ ਸੀ, ਮੁਮਤਾਜ਼ ਮਹਿਲ ਦੇ ਨਾਲ। ਠੀਕ ਹੈ ਜੀ ਗੱਲ। ਮੁਮਤਾਜ਼ ਮਹਿਲ ਦਾ ਓਰੀਜਨਲ ਨੇਮ ਕੀ ਸੀਗਾ ਜੀ, ਆਰਜੂਮੰਦ ਬਾਨੋ ਬੇਗਮ। ਠੀਕ ਹੈ, ਆਰਜੂਮੰਦ ਬਾਨੋ ਬੇਗਮ ਇਹਦਾ ਨਾਮ ਸੀਗਾ ਜੀ, ਕਿਹਦਾ, ਮੁਮਤਾਜ਼ ਮਹਿਲ ਦਾ। 1632 ਦੇ ਵਿੱਚ ਕੀ ਹੈ ਜੀ, ਤੋਂ 1653 ਦੇ ਮਤਲਬ ਕੀ ਹੈ ਜੀ, ਉਸ ਸਮੇਂ ਦੇ ਦੌਰਾਨ ਕੀ ਕੀਤਾ ਗਿਆ ਜੀ, ਜਦੋਂ 1631 ਦੇ ਵਿੱਚ ਕੀ ਹੈ ਜੀ, ਮੁਮਤਾਜ਼ ਮਹਿਲ ਦੀ ਡੈਥ ਹੋ ਜਾਂਦੀ ਹੈ, ਤਾਂ 1632 ਤੋਂ 1653 ਦੇ ਵਿੱਚ ਕੀ ਕਰ ਦਿੱਤਾ ਜਾਂਦਾ ਹੈ, ਤਾਜ ਮਹਿਲ ਬਣਾ ਦਿੱਤਾ ਜਾਂਦਾ ਹੈ। ਥੋੜ੍ਹਾ ਜਿਹਾ ਮੈਂ ਤੁਹਾਨੂੰ ਦੋ ਬਿਲਡਿੰਗਸ ਦੱਸ ਦਿੰਦਾ ਜੀ। ਇੱਕ ਸ਼ਾਹਜਹਾਂ ਨੂੰ ਪੇਪਰ 'ਚ ਪੁੱਛ ਲੈਂਦੇ ਆ, ਕੀ ਕਿਹਾ ਜਾਂਦਾ ਜੀ, ਭਵਨ ਉਸਾਰੀ ਦਾ ਨਿਰਮਾਤਾ ਕਿਹਨੂੰ ਕਿਹਾ ਜਾਂਦਾ ਜੀ, ਤੁਸੀਂ ਕਹਿੰਦੇ ਹੋਗੇ, ਤੁਸੀਂ ਕਹੋਗੇ ਸ਼ਾਹਜਹਾਂ ਨੂੰ ਕਿਹਾ ਜਾਂਦਾ ਹੈ ਜੀ। ਠੀਕ ਹੈ, ਸ਼ਾਹਜਹਾਂ ਨੇ ਹੋਰ ਕੀ ਬਣਾਇਆ ਜੀ, ਰੈੱਡ ਫੋਰਟ ਬਣਾਇਆ। ਪੇਪਰ 'ਚ ਪੁੱਛ ਲੈਂਦੇ ਆ, ਰੈੱਡ ਫੋਰਟ ਕਿਹਨੇ ਬਣਾਇਆ, ਤਾਂ ਧਿਆਨ ਰੱਖਿਓ ਬੱਚੋ, ਕਿਹਨੇ ਬਣਾਇਆ, ਸ਼ਾਹਜਹਾਂ ਨੇ ਬਣਾਇਆ। ਇੱਕ ਨਾ ਤੁਸੀਂ ਮੋਤੀ ਮਸਜਿਦ ਜ਼ਰੂਰ ਯਾਦ ਰੱਖਣੀ ਹੈ। ਮੋਤੀ ਮਸਜਿਦ ਹੈ ਜਿਹੜੀ, ਉਹ 3 ਪਲੇਸਿਸ 'ਤੇ ਹੈ। ਕਿੱਥੇ, ਇੱਕ ਦਿੱਲੀ ਹੈ, ਇੱਕ ਲਾਹੌਰ ਹੈ, ਇੱਕ ਆਗਰੇ ਹੈ। ਦਿੱਲੀ ਵਾਲੀ ਕਿਹਨੇ ਬਣਾਈ ਜੀ, ਔਰੰਗਜ਼ੇਬ ਨੇ ਬਣਾਈ। ਲਾਹੌਰ ਵਾਲੀ ਕਿਹਨੇ ਬਣਾਈ ਜੀ, ਜਹਾਂਗੀਰ ਬਣਾਈ। ਅਤੇ ਆਗਰੇ ਵਾਲੀ ਕਿਹਨੇ ਬਣਾਈ ਜੀ, ਸ਼ਾਹਜਹਾਂ ਨੇ ਬਣਾਈ। ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ, ਇਹ ਸਾਰੀਆਂ ਗੱਲਾਂ ਤੁਸੀਂ ਯਾਦ ਰੱਖੋਗੇ, ਇੰਪੋਰਟੈਂਟ ਹੈ। ਠੀਕ ਹੈ ਜੀ। ਹੂ ਇਜ਼ ਨੋਨ ਐਜ਼ ਜਿੰਦਾ ਪੀਰ, ਜਿੰਦਾ ਪੀਰ ਕਿਹਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ ਗੱਲ। ਜਾਂ ਕੌਣ ਆਪਣੇ ਆਪ ਨੂੰ ਆਖਦਾ ਸੀਗਾ, ਲਿਵਿੰਗ ਸੈਂਟ ਕਹਿੰਦੇ ਇੰਗਲਿਸ਼ ਦੇ ਵਿੱਚ। ਤਾਂ ਔਰੰਗਜ਼ੇਬ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਔਰੰਗਜ਼ੇਬ ਨੇ ਜਿਹੜਾ ਰੂਲ ਕੀਤਾ, ਉਹ ਕਦੋਂ ਤੱਕ ਕੀਤਾ ਜੀ, 1658 ਤੋਂ ਲੈ ਕੇ 1707 ਦੇ ਤੱਕ ਕੀਤਾ ਜੀ। ਠੀਕ ਹੈ, ਅਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ, ਔਰੰਗਜ਼ੇਬ ਨੂੰ ਹੋਰ ਕੀ ਕਿਹਾ ਜਾਂਦਾ ਜੀ, ਆਪਣੇ ਆਪ ਨੂੰ ਇਹਨੂੰ ਇੱਕ ਟਾਈਟਲ ਮਿਲਿਆ ਹੋਇਆ ਸੀ, ਆਲਮਗੀਰ। ਠੀਕ ਹੈ ਜੀ ਗੱਲ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਅਕਬਰ ਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ, 9 ਰਤਨ ਸੀਗੇ ਇਹਦੇ ਦਰਬਾਰ ਦੇ ਵਿੱਚ। ਠੀਕ ਹੈ ਜੀ, 1542 ਦਾ ਜਨਮ ਹੈ, 1556 ਦੇ ਵਿੱਚ ਮਤਲਬ ਕਿ ਆਪਣੇ ਆਪ ਨੂੰ ਕਲਾਨੌਰ ਦੇ ਵਿੱਚ ਬੈਰਾਮ ਖਾਨ ਦੀ ਹੈਲਪ ਦੇ ਨਾਲ ਇਹ ਰਾਜਾ ਬਣ ਜਾਂਦਾ ਜੀ। ਠੀਕ ਹੈ, ਜਹਾਂਗੀਰ, ਜਹਾਂਗੀਰ ਆਪਸ਼ਨ ਦੇ ਵਿੱਚ ਪਿਆ ਜੀ। ਅਤੇ ਜਹਾਂਗੀਰ ਦੇ ਬਾਰੇ ਤੁਸੀਂ ਕੀ ਯਾਦ ਰੱਖ ਸਕਦੇ ਹੋ, ਇੱਕ ਇਹਨੇ ਆਪਣੀ ਕੋਰਟ ਦੇ ਵਿੱਚ ਜੰਜੀਰ
ए आदिल मतलब चेन ऑफ जस्टिस ਕਹਿੰਦੇ ਉਹਨੂੰ ਜੀ ਠੀਕ ਹੈ ਲਗਵਾਈ ਸੀ ਕਿਹਨੇ ਜਹਾਂਗੀਰ ਨੇ ਜਿਹਦੇ ਵਿੱਚ ਆਮ ਲੋਕ ਕੀ ਹੈ ਜੀ ਉਹ ਬੈਲ ਖੜਕਾ ਦੇਣਗੇ ਜਿਹਦੇ ਤਹਿਤ ਉਹਨੂੰ ਕੀ ਮਿਲੂਗਾ ਨਿਆਂ ਮਿਲੂਗਾ ਤਾਂ ਕਿਹਦੀ ਕੋਰਟ ਦੇ ਵਿੱਚ ਲੱਗੀ ਸੀਗੀ ਜੀ ਜਹਾਂਗੀਰ ਦੀ ਕੋਰਟ ਦੇ ਵਿੱਚ ਲੱਗੀ ਸੀਗੀ ਠੀਕ ਹੈ ਅਤੇ ਜਹਾਂਗੀਰ ਨੇ ਜਿਹੜਾ ਵਿਆਹ ਕਰਵਾਇਆ ਸੀ ਉਹ ਕਿਹਦੇ ਨਾਲ ਕਰਵਾਇਆ ਸੀਗਾ ਤੁਸੀਂ ਕਹੋਗੇ ਜੀ ਨੂਰ ਜਹਾਂ ਦਾ ਓਰੀਜਨਲ ਨੇਮ ਪੇਪਰ 'ਚ ਪੁੱਛ ਲੈਣਗੇ ਕੀ ਹੈ ਜੀ ਤਾਂ ਤੁਸੀਂ ਕਹੋਗੇ ਜੀ ਮੇਹਰ ਉਨ ਨਿਸਾ ਕਿਹਦਾ ਨਾਮ ਸੀਗਾ ਜੀ ਨੂਰ ਜਹਾਂ ਦਾ ਸੀਗਾ ਠੀਕ ਹੈ ਯਾਦ ਰੱਖੋਗੇ ਇੰਪੋਰਟੈਂਟ ਹੈ ਅਤੇ ਜਹਾਂਗੀਰ ਨੇ ਇਹਦੇ ਨਾਂ ਦੇ ਉੱਤੇ ਕੀ ਹੈ ਜੀ ਸਿੱਕੇ ਵੀ ਚਲਵਾਏ ਸੀਗੇ ਠੀਕ ਹੈ ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ ਤਾਂ ਇਹ ਸਾਰੀਆਂ ਗੱਲਾਂ ਤੁਸੀਂ ਇਸ ਦੇ ਨਾਲ ਸੰਬੰਧਿਤ ਯਾਦ ਰੱਖੋਗੇ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ ਨਾਦਰ ਸ਼ਾਹ ਇਨਵੇਡਡ ਇੰਡੀਆ ਇਨ ਨਾਦਰ ਸ਼ਾਹ ਨੇ ਭਾਰਤ ਦੇ ਉੱਤੇ ਕਦੋਂ ਇਨਵੇਡ ਕੀਤਾ ਕਦੋਂ ਹਮਲਾ ਕੀਤਾ ਤਾਂ ਯਾਦ ਰੱਖਿਓ ਬਸ ਆਹੀ ਕੁਐਸਚਨ ਬਣਦਾ ਹੁੰਦਾ 1749 ਠੀਕ ਹੈ ਨਾਦਰ ਸ਼ਾਹ ਜਦੋਂ ਆਇਆ ਤਾਂ ਉਦੋਂ ਬਾਅਦ ਮਤਲਬ ਆਪਣੇ ਜਿਹੜਾ ਰੂਲ ਚੱਲ ਰਿਹਾ ਸੀ ਉਦੋਂ ਮੁਗਲਾਂ ਦਾ ਰਾਜਾ ਕੌਣ ਸੀਗਾ ਤਾਂ ਤੁਸੀਂ ਕਹੋਗੇ ਜੀ ਮੁਹੰਮਦ ਸ਼ਾਹ ਸੀਗਾ ਜਿਹੜਾ ਉਹ ਮੁਗਲਾਂ ਦਾ ਰਾਜਾ ਸੀਗਾ ਠੀਕ ਹੈ ਜੀ ਗੱਲ ਅਤੇ 1749 ਦੇ ਵਿੱਚ ਇਨਵੇਡ ਕੀਤਾ ਅਤੇ ਨਾਦਰ ਸ਼ਾਹ ਸੀਗਾ ਜਿਹੜਾ ਉਹ ਬੇਸਿਕਲੀ ਉਹਦਾ ਪਰਪਸ ਕੀ ਸੀਗਾ ਕਿਉਂਕਿ ਭਾਰਤ ਦੇ ਵਿੱਚ ਕੀ ਸੀਗਾ ਜੀ ਪੀਕੌਕ ਥਰੋਨ ਠੀਕ ਹੈ ਇੱਕ ਗੱਦੀ ਸੀਗੀ ਜਿਹਦੇ ਉੱਤੇ ਕੀ ਲੱਗਿਆ ਸੀ ਕੋਹੇ ਨੂਰ ਦਾ ਹੀਰਾ ਸੀਗਾ ਉਹਦੇ ਉੱਤੇ ਨਾਦਰ ਸ਼ਾਹ ਦੀ ਅੱਖ ਸੀ ਤਾਂ ਉਹਨੂੰ ਚੱਕ ਕੇ ਇਹ ਕੀ ਲੈ ਗਿਆ ਜੀ ਪੀਕੌਕ ਥਰੋਨ ਬਣਾਇਆ ਕਿਹਨੇ ਸੀਗਾ ਕਿਹਦਾ ਸੀਗਾ ਉਹ ਸ਼ਾਹ ਜਹਾਂ ਦਾ ਸੀਗਾ ਠੀਕ ਹੈ ਜੀ ਗੱਲ ਇਹ ਵੀ ਗੱਲ ਤੁਸੀਂ ਯਾਦ ਰੱਖਣੀ ਆ ਠੀਕ ਹੈ ਅਤੇ ਉਦੋਂ ਮੁਗਲਾਂ ਰੂਲਰ ਕੌਣ ਸੀਗਾ ਮੁਹੰਮਦ ਸ਼ਾਹ ਸੀਗਾ ਮੁਹੰਮਦ ਸ਼ਾਹ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ ਰੰਗੀਲਾ ਕਿਹਾ ਜਾਂਦਾ ਹੈ ਠੀਕ ਹੈ ਨਾ ਗੱਲ ਅਤੇ ਨਾਦਰ ਸ਼ਾਹ ਤੋਂ ਇਲਾਵਾ ਹੋਰ ਤੁਸੀਂ ਯਾਦ ਰੱਖ ਸਕਦੇ ਹੋ ਜੀ ਬਸ ਇੰਨੀਆਂ ਗੱਲਾਂ ਯਾਦ ਰੱਖ ਲਿਓ 1761 ਦੇਖੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਚੀਜ਼ ਸਮਝਾਉਣਾ ਜੀ ਇੱਕ 1526 ਨਹੀਂ ਭੁੱਲਣਾ ਇੱਕ 1556 ਨਹੀਂ ਭੁੱਲਣਾ ਇੱਕ ਤੁਸੀਂ 1761 ਨਹੀਂ ਭੁੱਲਣਾ 1526 ਦੇ ਵਿੱਚ ਫਸਟ ਬੈਟਲ ਆਫ ਪਾਣੀਪਤ ਹੋਈ ਹੈ ਜੀ ਠੀਕ ਹੈ 1556 ਦੇ ਵਿੱਚ ਸੈਕਿੰਡ ਬੈਟਲ ਆਫ ਪਾਣੀਪਤ ਹੋਈ ਹੈ 1761 ਦੇ ਵਿੱਚ ਤੀਜੀ ਪਾਣੀਪਤ ਦੀ ਲੜਾਈ ਹੋਈ ਹੈ 3 ਪਾਣੀਪਤ ਦੀਆਂ ਲੜਾਈਆਂ ਹੋਈਆਂ ਨੇ ਯਾਦ ਰੱਖੋਗੇ ਠੀਕ ਹੈ ਹੁਣ ਇਹ ਨਾ ਪੁੱਛੋ ਵੀ ਸਰ ਪਾਣੀਪਤ ਦੇ ਵਿੱਚ ਹੀ ਕਿਉਂ ਹੋਈਆਂ ਨੇ ਬੱਚਿਓ ਕਾਫੀ ਕਾਰਨ ਨੇ ਠੀਕ ਹੈ ਆਪਾਂ ਨੂੰ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਸਮਾਰਟਲੀ ਪੜ੍ਹਨਾ ਪੈਣਾ ਆਪਣੇ ਕੋਲ ਸਮਾਂ ਥੋੜ੍ਹਾ ਸੋ ਡੀਪ ਨਾ ਜਾਇਆ ਕਰੋ PhD ਨਾ ਕਰਿਆ ਕਰੋ ਆਪਣਾ ਇੱਕ ਵਾਰ ਪੇਪਰ ਕਲੀਅਰ ਹੋ ਜੇ ਆਪਣਾ ਠੀਕ ਹੈ ਆਪਾਂ ਨੂੰ ਉਹਦੇ ਤੱਕ ਮਤਲਬ ਆ ਠੀਕ ਹੈ ਜੀ 1526 ਦੇ ਵਿੱਚ ਜਿਹੜਾ ਪਾਣੀਪਤ ਦਾ ਯੁੱਧ ਹੋਇਆ ਕਿਹਦੇ ਵਿਚਕਾਰ ਹੋਇਆ ਜੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿੱਚ ਹੋਇਆ ਜੀ ਬਾਬਰ ਜਿੱਤ ਗਿਆ 1556 ਦੇ ਵਿੱਚ ਸੈਕਿੰਡ ਬੈਟਲ ਆਫ ਪਾਣੀਪਤ ਹੋਈ ਕਿਹਦੇ ਵਿਚਕਾਰ ਜੀ ਅਕਬਰ ਅਤੇ ਹੇਮੂ ਦੇ ਵਿਚਕਾਰ ਹੋਈ ਹੇਮੂ ਕੀ ਸੀਗਾ ਜੀ ਇੱਕ ਹਿੰਦੂ ਗਵਰਨਰ ਸੀਗਾ ਠੀਕ ਹੈ ਜੀ ਗੱਲ ਜਦੋਂ ਬਸ ਇਹ ਕੀ ਹੋ ਗਿਆ ਜੀ ਹੇਮੂ ਹਾਰ ਗਿਆ ਸੀ ਹਜੇ ਮੈਂ ਥੋੜ੍ਹਾ ਡਿਟੇਲ 'ਚ ਨਹੀਂ ਜਾਊਂਗਾ 1761 ਦੇ ਵਿੱਚ ਤੀਜਾ ਬੈਟਲ ਆਫ ਪਾਣੀਪਤ ਹੋਇਆ ਜੀ ਅਹਿਮਦ ਸ਼ਾਹ ਅਬਦਾਲੀ ਅਤੇ ਸਦਾ ਸ਼ਿਵ ਭਾਊ ਦੇ ਵਿਚਕਾਰ ਠੀਕ ਹੈ ਜੀ ਗੱਲ ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ ਉਹ ਜਿੱਤ ਗਿਆ ਠੀਕ ਹੈ ਜੀ ਗੱਲ ਅਤੇ ਉਦੋਂ ਬਾਅਦ ਕੀ ਹੋਇਆ ਜੀ ਇੱਕ ਮੈਂ ਤੁਹਾਨੂੰ ਪੰਜਾਬ ਦੇ ਨਾਲ ਸੰਬੰਧਿਤ ਦੱਸ ਦਿੰਦਾ ਜੀ ਕਿਉਂਕਿ ਮੈਨੂੰ ਗੱਲ ਯਾਦ ਆ ਗਈ ਇੱਕ ਤੁਸੀਂ ਈਅਰ ਨਹੀਂ ਭੁੱਲਣਾ 1746 ਇੱਕ 1762 1746 ਦੇ ਵਿੱਚ ਪਹਿਲਾ ਘੱਲੂਕਾਰਾ ਹੋਇਆ ਜੀ 1762 ਦੇ ਵਿੱਚ ਮਤਲਬ ਛੋਟਾ ਘੱਲੂਕਾਰਾ ਕਿਹਾ ਜਾਂਦਾ ਜੀ 1762 ਦੇ ਵਿੱਚ ਵੱਡਾ ਘੱਲੂਕਾਰਾ ਹੋਇਆ ਜਿਹੜਾ ਛੋਟਾ ਘੱਲੂਕਾਰਾ ਹੋਇਆ ਪੇਪਰ 'ਚ ਪੁੱਛ ਲੈਂਦੇ ਉਹ ਕਿੱਥੇ ਹੋਇਆ ਜੀ ਤਾਂ ਤੁਸੀਂ ਕਹੋਗੇ ਜੀ ਗੁਰਦਾਸਪੁਰ ਕਾਹਨੂੰਵਾਨ ਦੇ ਵਿੱਚ ਹੋਇਆ ਵੱਡਾ ਘੱਲੂਕਾਰਾ ਕਿੱਥੇ ਹੋਇਆ ਜੀ ਤਾਂ ਤੁਸੀਂ ਕਹੋਗੇ ਜੀ ਮਲੇਰਕੋਟਲਾ ਕੁੱਪਰਹੇਰਾ ਵਿਲੇਜ ਦੇ ਵਿੱਚ ਹੋਇਆ ਠੀਕ ਹੈ ਜੀ ਗੱਲ ਯਾਦ ਰੱਖੋਗੇ ਇਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ ਤਾਂ 1749 ਜਿਹੜਾ ਹੈਗਾ ਜੀ ਉਹ ਸਹੀ ਆਨਸਰ ਆਊਗਾ ਹੂ ਇਜ਼ ਨੋਨ ਐਜ਼ ਮੈਨ ਆਫ ਪੀਸ ਕਿਹਨੂੰ ਕਿਹਾ ਜਾਂਦਾ ਜੀ ਬੱਚੋ ਨਿਕਨੇਮ ਨੇ ਤਾਂ ਕੋਈ ਵੀ ਨਹੀਂ ਛੱਡਣਾ ਤੁਸੀਂ ਪੇਪਰ ਦੇ ਵਿੱਚ ਆ ਜਾਂਦੇ ਨੇ ਸੌਖਾ ਨਾ ਸਮਝੋ ਪੇਪਰ ਹੈ ਜਿਹੜਾ ਉਹ ਦੇਖੋ ਮੇਰੀ ਗੱਲ ਸੁਣੋ ਪੇਪਰ ਹੈ ਜਿਹੜਾ ਉਹ ਸੌਖਾ ਵੀ ਆਊਗਾ ਠੀਕ ਹੈ ਥੋੜ੍ਹਾ ਜਿਹਾ ਟਫ ਆਊਗਾ ਠੀਕ ਹੈ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਯਾਰ ਇਹ ਤਾਂ ਆਉਂਦਾ ਸਾਨੂੰ ਸੋ ਰੈਪੀਟੀਸ਼ਨ ਕਰਦੇ ਰਿਹਾ ਕਰੋ ਬਸ ਬੁੱਕ ਪੜ੍ਹੀ ਚਲੋ ਇਹ ਨਾ ਸੋਚੋ ਵੀ ਸਾਨੂੰ ਡਾਟਾ ਇੱਧਰੋਂ ਵੀ ਮਿਲ ਜੇ ਜੋ ਪੜ੍ਹਿਆ ਤੁਹਾਡੇ ਕੋਲ ਲਿਖਿਆ ਪਿਆ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰੋ ਉਹਦੇ ਵਿੱਚੋਂ ਤੁਸੀਂ 100 ਚੋਂ 100% ਸਹੀ ਹੋਵੋ ਠੀਕ ਹੈ ਜੀ ਉਦੋਂ ਬਾਅਦ ਤੁਸੀਂ ਐਕਸਟਰਾ ਜਿਹੜੀ ਚੀਜ਼ ਪੜ੍ਹਨੀ ਹੈ ਠੀਕ ਹੈ ਉਹਦੇ ਵਿੱਚੋਂ ਬੇਸਿਕਲੀ ਪਹਿਲਾਂ ਤਾਂ ਮੈਂ ਆਪਦੇ ਸੈੱਟਾਂ ਵਿੱਚੋਂ ਕੋਈ ਵੀ ਚੀਜ਼ ਇਹੋ ਜਿਹੀ ਛੱਡਦਾ ਨਹੀਂ ਜਿਹੜੀ ਕਿ ਕੀ ਹੈਗੀ ਪੇਪਰ ਦੇ ਵਿੱਚ ਨਾ ਆਵੇ ਠੀਕ ਹੈ ਜੀ ਗੱਲ ਤਾਂ ਬਹੁਤ ਇੰਪੋਰਟੈਂਟ ਮਤਲਬ ਢੰਗ ਦੇ ਨਾਲ ਕੁਐਸਚਨ ਟੂ ਕੁਐਸਚਨ ਮੈਂ ਚੱਲ ਰਿਹਾ ਠੀਕ ਹੈ ਤਾਂ ਚੰਗੀ ਤਰ੍ਹਾਂ ਕਰ ਲਿਆ ਕਰੋ ਠੀਕ ਹੈ ਮਤਲਬ ਇੱਕ ਸਿਸਟੇਮੈਟਿਕਲੀ ਪੜ੍ਹਿਆ ਕਰੋ ਠੀਕ ਹੈ ਹੂ ਇਜ਼ ਨੋਨ ਐਜ਼ ਮੈਨ ਆਫ ਪੀਸ ਕਿਹਨੂੰ ਕਿਹਾ ਜਾਂਦਾ ਤੁਸੀਂ ਕਹੋਗੇ ਜੀ ਲਾਲ ਬਹਾਦਰ ਸ਼ਾਸਤਰੀ ਨੂੰ ਕਿਹਾ ਜਾਂਦਾ ਲਾਲ ਬਹਾਦਰ ਸ਼ਾਸਤਰੀ ਦੇ ਬਾਰੇ ਮੈਨੂੰ ਗੱਲਾਂ ਯਾਦ ਆਉਂਦੀਆਂ ਨੇ ਇੱਕ ਆਪਣੇ ਕੀ ਹੈ ਜੀ ਇਹ ਪ੍ਰਾਈਮ ਮਿਨਿਸਟਰ ਰਹੇ ਹੋਏ ਨੇ ਠੀਕ ਹੈ ਜਦੋਂ ਆਪਣੇ ਕੀ ਆਈ ਹੈ ਜੀ ਹਰੀ ਕ੍ਰਾਂਤੀ ਆਈ ਹੈ ਕਦੋਂ ਆਈ ਹੈ ਜੀ ਤੀਜੇ 5 ਈਅਰ ਪਲਾਨ ਦੇ ਵਿੱਚ ਆਈ ਹੈ ਤਾਂ ਉਦੋਂ ਆਪਣੇ ਪ੍ਰਾਈਮ ਮਿਨਿਸਟਰ ਕੌਣ ਸੀਗੇ ਜੀ ਤੁਸੀਂ ਕਹੋਗੇ ਜੀ ਲਾਲ ਬਹਾਦਰ ਸ਼ਾਸਤਰੀ ਸੀਗੇ ਲਾਲ ਬਹਾਦਰ ਸ਼ਾਸਤਰੀ ਹੈ ਜਿਹੜੀ ਇਹਨਾਂ ਦੀ ਡੈਥ ਹੋ ਜਾਂਦੀ ਹੈ ਜੀ ਕਿੱਥੇ ਵਿਦੇਸ਼ੀ ਟੂਰ ਦੇ ਦੌਰਾਨ ਹੋ ਜਾਂਦੀ ਹੈ ਕਿੱਥੇ ਤਾਸ਼ਕੈਂਟ ਦੇ ਵਿੱਚ ਤਾਸ਼ਕੈਂਟ ਕਿਹਦੀ ਰਾਜਧਾਨੀ ਹੈ ਉਜ਼ਬੇਕਿਸਤਾਨ ਦੀ ਹੈ ਠੀਕ ਹੈ ਜੀ ਗੱਲ ਲਾਲ ਬਹਾਦਰ ਸ਼ਾਸਤਰੀ ਪੇਪਰ 'ਚ ਪੁੱਛ ਲਿਆ ਜਾਂਦਾ ਇੰਪੋਰਟੈਂਟ ਕੁਐਸਚਨ ਹੈ ਅੱਗੇ ਲਿਖ ਲਿਓ ਲਾਲ ਬਹਾਦਰ ਸ਼ਾਸਤਰੀ ਇਹੋ ਜਿਹੇ ਪਹਿਲੇ ਮਤਲਬ ਆਦਮੀ ਸੀਗੇ ਮੈਨ ਸੀਗੇ ਜਿਨ੍ਹਾਂ ਨੂੰ ਕੀ ਹੈ ਜੀ
ਮਰਨ ਉਪਰੰਤ ਕੀ ਹੈ ਜੀ ਭਾਰਤ ਰਤਨ ਹੈ ਜਿਹੜਾ ਉਹ ਮਿਲਿਆ। ਠੀਕ ਹੈ, ਪੇਪਰ 'ਚ ਪੁੱਛ ਲੈਂਦੇ ਆ ਮਰਨ ਤੋਂ ਬਾਅਦ ਜਿਹੜਾ ਭਾਰਤ ਰਤਨ ਮਿਲਿਆ ਉਹ ਸਭ ਤੋਂ ਪਹਿਲੇ ਮਤਲਬ ਆਦਮੀ ਕੌਣ ਸੀਗੇ, ਤੁਸੀਂ ਕਹੋਗੇ ਲਾਲ ਬਹਾਦਰ ਸ਼ਾਸਤਰੀ। ਪੋਸਥੋਮੋਸਲੀ ਟਰਮ ਵਰਤੀ ਜਾਂਦੀ ਹੈ ਉਹਦੇ ਵਾਸਤੇ। ਠੀਕ ਹੈ, ਪੇਪਰ 'ਚ ਲਿਖਿਆ ਹੋਊ ਫਸਟ ਪਰਸਨ ਟੂ ਅਵਾਰਡਡ ਭਾਰਤ ਰਤਨ ਪੋਸਥੋਮੋਸਲੀ। ਠੀਕ ਹੈ, ਤਾਂ ਤੁਸੀਂ ਕਹੋਗੇ ਲਾਲ ਬਹਾਦਰ ਸ਼ਾਸਤਰੀ। ਠੀਕ ਹੈ ਜੀ ਗੱਲ। ਅਤੇ ਮਦਨ ਮੋਹਨ ਮਾਲਵੀਆ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਤੁਸੀਂ ਕਹੋਗੇ ਜੀ ਮਹਾਮਾਨਿਆ ਕਿਹਾ ਜਾਂਦਾ। ਕਿਹਨੂੰ? ਮਦਨ ਮੋਹਨ ਮਾਲਵੀਆ ਨੂੰ। ਹਿੰਦੂ ਮਹਾਸਭਾ ਇਹਨਾਂ ਨੇ ਫਾਊਂਡ ਕੀਤੀ ਹੈ। ਠੀਕ ਹੈ ਜੀ ਗੱਲ। ਅਤੇ ਦਰਗਿਆਣਾ ਮੰਦਰ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ, ਉਹਦੇ ਜਿਹੜੇ ਕੀ ਹੈ ਜੀ ਨੀਂਹ ਪੱਥਰ ਰੱਖਿਆ ਉਹ ਕਿਹਨੇ ਰੱਖਿਆ ਜੀ, ਮਦਨ ਮੋਹਨ ਮਾਲਵੀਆ। ਬਾਲ ਗੰਗਾਧਰ ਤਿਲਕ ਨੂੰ ਕੀ ਕਿਹਾ ਜਾਂਦਾ ਜੀ, ਲੋਕਮਾਨਿਆ ਕਿਹਾ ਜਾਂਦਾ। ਠੀਕ ਹੈ ਜੀ ਗੱਲ। ਅਤੇ ਹੋਰ ਕੀ ਕਿਹਾ ਜਾਂਦਾ ਜੀ, ਫਾਦਰ ਆਫ ਇੰਡੀਅਨ ਅਨਰੈਸਟ ਵੀ ਬਾਲ ਗੰਗਾਧਰ ਤਿਲਕ ਨੂੰ ਕਿਹਾ ਜਾਂਦਾ ਜੀ। ਹੋਮ ਰੂਲ ਮੂਵਮੈਂਟ ਕਿਹੜੀ ਚਲਾਈ ਸੀਗੀ ਜੀ, 1916 ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਜੀ ਸਵਰਾਜ ਇਜ਼ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ, ਮਤਲਬ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਉਹ ਮੈਂ ਲੈ ਕੇ ਰਹੂੰਗਾ। ਇਹਨੇ 2 ਅਖਬਾਰ ਵੀ ਚਲਾਏ ਸੀ। ਕਿਹਨੇ? ਬਾਲ ਗੰਗਾਧਰ ਤਿਲਕ ਨੇ ਜੀ। ਕਿਹੜੇ ਕਿਹੜੇ? ਕੇਸਰੀ ਅਤੇ ਮਰਾਠਾ। ਠੀਕ ਹੈ, ਇੰਪੋਰਟੈਂਟ ਆ ਬੱਚਿਓ, ਸਟਾਰ ਲਾ ਲਿਓ। ਕੇਸਰੀ ਸੀਗਾ ਜਿਹੜਾ ਉਹ ਕਿਹੜੀ ਲੈਂਗੁਏਜ 'ਚ ਸੀ, ਪੇਪਰ 'ਚ ਇਹ ਵੀ ਪੁੱਛ ਲੈਂਦੇ ਆ। ਤੁਸੀਂ ਕਹੋਗੇ ਜੀ ਮਰਾਠੀ ਲੈਂਗੁਏਜ 'ਚ ਸੀ। ਜਿਹੜਾ ਮਰਾਠਾ ਸੀ ਉਹ ਕਿਹੜੀ ਲੈਂਗੁਏਜ 'ਚ ਸੀ, ਉਹ ਇੰਗਲਿਸ਼ ਦੇ ਵਿੱਚ ਸੀ। ਠੀਕ ਹੈ ਜੀ ਗੱਲ। ਅਤੇ ਪੇਪਰ 'ਚ ਪੁੱਛ ਲੈਂਦੇ ਆ ਸਵਰਾਜ ਇਜ਼ ਮਾਈ ਬਰਥ ਰਾਈਟ ਆਈ ਸ਼ੈਲ ਹੈਵ ਇਟ, ਇਹ ਮੈਂ ਤੁਹਾਨੂੰ ਦੱਸ ਚੁੱਕਿਆ ਜੀ। ਸਵਰਾਜ ਜਿਹੜੀ ਟਰਮ ਦਿੱਤੀ ਸੀ ਉਹ ਕਿਹਨੇ ਦਿੱਤੀ ਸੀ, ਦਇਆਨੰਦ ਸਰਸਵਤੀ ਨੇ ਦਿੱਤੀ ਸੀ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਕੀ ਯਾਦ ਰੱਖ ਸਕਦੇ ਹਾਂ ਜੀ, ਅਤੇ ਸਵਰਾਜ ਜਿਹੜਾ ਮਤਲਬ ਟਰਮ ਯੂਜ਼ ਕੀਤੀ ਕਿਹੜੇ ਮਤਲਬ INC ਸੈਸ਼ਨ ਦੇ ਵਿੱਚ ਕਿਹੜੇ ਆਦਮੀ ਨੇ ਯੂਜ਼ ਕੀਤੀ ਹੈ, ਦਾਦਾ ਭਾਈ ਨਹਿਰੂ ਜੀ ਨੇ 1906 ਦੇ ਵਿੱਚ। ਇਹ ਵੀ ਨਹੀਂ ਤੁਸੀਂ ਭੁੱਲਣਾ ਹੈਗਾ, ਕਿਉਂਕਿ ਉਸ ਸਮੇਂ ਜਿਹੜੇ 1906 ਦੇ ਵਿੱਚ ਪ੍ਰਧਾਨ ਸੀ INC ਦੇ, ਕੌਣ ਸੀ? ਦਾਦਾ ਭਾਈ ਨਹਿਰੂ ਜੀ ਸੀਗੇ। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਸਾਰੀਆਂ ਗੱਲਾਂ ਤੁਸੀਂ ਯਾਦ ਰੱਖ ਲਓਗੇ। ਹੋਰ ਆਪਾਂ ਕੀ ਹੈ ਜੀ, ਕਿਤਾਬਾਂ ਥੋੜ੍ਹੀਆਂ ਯਾਦ ਰੱਖ ਸਕਦੇ ਹਾਂ ਜੀ। ਪੇਪਰ 'ਚ ਤੁਹਾਨੂੰ ਪੁੱਛ ਲੈਣ ਕਿ ਨਵਜੀਵਨ ਕਿਹਦੀ ਕਿਤਾਬ ਆ, ਤੁਸੀਂ ਕਹੋਗੇ ਜੀ ਮਹਾਤਮਾ ਗਾਂਧੀ ਦੀ ਹੈ। ਇੱਕ ਕਿਤਾਬਾਂ ਤੁਹਾਨੂੰ ਮੈਂ ਥੋੜ੍ਹੀਆਂ ਜਿਹੀਆਂ ਹਟ ਕੇ ਦੱਸਦਾ ਜੀ, ਪੇਪਰ 'ਚ ਕਈ ਵਾਰ ਪੁੱਛ ਲੈਂਦੇ ਨੇ। ਇੰਡੀਆ ਇਨ ਟ੍ਰਾਂਜ਼ੀਸ਼ਨ, ਇਹ ਕਿਤਾਬ ਕਿਹਦੀ ਹੈ ਜੀ, ਤੁਸੀਂ ਕਹੋਗੇ ਜੀ MN ਰਾਏ। ਹੁਣ MN ਰਾਏ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਕਿ ਕੌਂਸਟੀਟਿਊਂਟ ਅਸੈਂਬਲੀ ਮਤਲਬ ਭਾਰਤ ਵਿੱਚ ਸੰਵਿਧਾਨ ਤਿਆਰ ਕਰੋ, ਇਹਦੇ ਬਾਰੇ ਸਾਰਿਆਂ ਨਾਲੋਂ ਪਹਿਲੀ ਵਾਰ ਜਿਹੜੀ ਸਲਾਹ ਦਿੱਤੀ ਉਹ ਕਿਹਨੇ ਦਿੱਤੀ ਹੈ, MN ਰਾਏ ਨੇ। ਬੱਚੇ ਕੀ ਕਰਦੇ ਨੇ, ਹੁਣ ਅੱਗੇ ਜਿਹੜੇ ਮੈਂ ਕੁਐਸਚਨ ਦੱਸੂਗਾ ਉਹਦੇ ਨਾਲ ਮਿਕਸਅਪ ਕਰ ਜਾਂਦੇ ਨੇ। ਇੱਕ ਨਾਮ ਆਉਂਦਾ ਜੀ BN ਰਾਓ। BN ਰਾਓ ਕੌਣ ਸੀਗਾ ਜੀ, ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀਗਾ ਕਿਹਦਾ, ਕੌਂਸਟੀਟਿਊਂਟ ਅਸੈਂਬਲੀ ਦਾ। ਕੌਂਸਟੀਟਿਊਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਹੈ ਜੀ, 9 ਦਸੰਬਰ 1946। ਟੋਟਲ ਮੈਂਬਰ ਕਿੰਨੇ ਸੀ, ਤੁਸੀਂ ਕਹੋਗੇ ਜੀ 399 ਸੀਗੇ। ਠੀਕ ਹੈ ਜੀ ਗੱਲ। ਅਤੇ ਉਦੋਂ ਬਾਅਦ ਜਿਹੜੇ ਇਹਨੇ ਸਾਈਨ ਕੀਤੇ, ਕਿਉਂਕਿ ਵੰਡ ਤੋਂ ਬਾਅਦ ਕਿੰਨੇ ਰਹਿ ਗਏ ਸੀ ਨਾ, 299 ਰਹਿ ਗਏ ਸੀਗੇ, ਪਰ ਜਿਹੜੇ ਐਕਚੁਅਲ ਸਾਈਨ ਕੀਤੇ ਜਿਹੜੇ ਪ੍ਰੈਜੈਂਟ ਸੀਗੇ ਉਹ ਕਿੰਨੇ ਸੀਗੇ ਜੀ, 284 ਸੀਗੇ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ, ਇੰਪੋਰਟੈਂਟ ਆ। ਠੀਕ ਹੈ, ਤਾਂ ਕਾਫੀ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਜੀ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਸ਼ਾਂਤੀ ਵਨ ਇਜ਼ ਐਸੋਸੀਏਟਡ ਵਿਦ, ਸ਼ਾਂਤੀ ਵਨ ਇੱਕ ਪਲੇਸ ਹੈ ਜੀ, ਥੋੜ੍ਹਾ ਜਿਹਾ ਤੁਹਾਨੂੰ ਸਮਝ ਆ ਜੂਗੀ। ਜਿਵੇਂ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਂਦੇ ਆ ਰਾਜਘਾਟ ਕਿਹਦੇ ਨਾਲ ਸੰਬੰਧਿਤ ਹੈ। ਠੀਕ ਹੈ, ਤਾਂ ਤੁਸੀਂ ਕਹੋਗੇ ਜੀ ਮਹਾਤਮਾ ਗਾਂਧੀ ਜੀ ਦੇ ਨਾਲ ਕੀ ਹੈ ਜੀ ਸੰਬੰਧਿਤ ਹੈ। ਠੀਕ ਹੈ, ਤੁਹਾਨੂੰ ਪੁੱਛ ਲਏ ਪੇਪਰ ਦੇ ਵਿੱਚ ਵੀ ਕਿਸਾਨ ਘਾਟ ਕਿਹਦੇ ਨਾਲ ਸੰਬੰਧਿਤ ਹੈ, ਤੁਸੀਂ ਕਹੋਗੇ ਜੀ ਚਰਨ ਸਿੰਘ ਦੇ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਹੀ ਸ਼ਾਂਤੀ ਵਨ ਹੈ ਜਿਹੜਾ ਕਿਹਦੇ ਨਾਲ ਸੰਬੰਧਿਤ ਹੈ, ਤਾਂ ਤੁਸੀਂ ਕਹੋਗੇ ਜੀ ਜਵਾਹਰ ਲਾਲ ਨਹਿਰੂ ਦੇ ਨਾਲ ਸੰਬੰਧਿਤ ਹੈ ਜੀ ਸ਼ਾਂਤੀ ਵਨ। ਠੀਕ ਹੈ, ਰਾਜੀਵ ਗਾਂਧੀ ਦੇ ਨਾਲ ਸੰਬੰਧਿਤ ਕਿਹੜਾ ਸਥਲ ਹੈ ਜੀ, ਤਾਂ ਤੁਸੀਂ ਕਹੋਗੇ ਵੀਰ ਭੂਮੀ। ਪੇਪਰ ਦੇ ਵਿੱਚ ਆਪਸ਼ਨ ਪਿਆ ਹੋਊਗਾ ਵੀਰ ਭੂਮੀ ਕਿਹਦੇ ਨਾਲ ਸੰਬੰਧਿਤ ਆ, ਤੁਸੀਂ ਕਹੋਗੇ ਰਾਜੀਵ ਗਾਂਧੀ ਨਾਲ। ਠੀਕ ਹੈ ਜੀ, ਇੰਦਰਾ ਗਾਂਧੀ ਦੇ ਨਾਲ ਸੰਬੰਧਿਤ ਕਿਹੜਾ ਜੀ, ਤੁਸੀਂ ਕਹੋਗੇ ਜੀ ਸ਼ਕਤੀ ਸਥਲ। ਸ਼ਕਤੀ ਸਥਲ ਕਿਹਦੇ ਨਾਲ ਸੰਬੰਧਿਤ ਹੈ ਜੀ, ਇੰਦਰਾ ਗਾਂਧੀ ਦੇ ਨਾਲ ਸੰਬੰਧਿਤ ਹੈ। ਕਿਸਾਨ ਘਾਟ ਕਿਹਦੇ ਨਾਲ ਸੰਬੰਧਿਤ ਹੈ ਜੀ, ਚਰਨ ਸਿੰਘ ਦੇ ਨਾਲ ਸੰਬੰਧਿਤ ਹੈ। ਚਰਨ ਸਿੰਘ ਦੇ ਨਾਂ ਤੋਂ ਮੈਨੂੰ ਇੱਕ ਯਾਦ ਆਈ ਜੀ, ਚੌਧਰੀ ਚਰਨ ਸਿੰਘ ਆਪਣੇ ਪ੍ਰਾਈਮ ਮਿਨਿਸਟਰ ਰਹੇ ਨੇ। ਪੇਪਰ 'ਚ ਪੁੱਛ ਲੈਂਦੇ ਕੋਈ ਇਹੋ ਜਿਹੇ ਪ੍ਰਾਈਮ ਮਿਨਿਸਟਰ ਦਾ ਨਾਮ ਦੱਸੋ ਜਿਨ੍ਹਾਂ ਨੇ ਕੀ ਹੈ ਜੀ ਪਾਰਲੀਮੈਂਟ ਫੇਸ ਹੀ ਨਹੀਂ ਕੀਤੀ, ਕਦੇ ਪਾਰਲੀਮੈਂਟ ਦੇ ਵਿੱਚ ਚਰਨ ਹੀ ਨਹੀਂ ਪਾਏ, ਤਾਂ ਤੁਸੀਂ ਯਾਦ ਰੱਖ ਲਓਗੇ ਚੌਧਰੀ ਚਰਨ ਸਿੰਘ। ਠੀਕ ਹੈ ਜੀ ਗੱਲ। ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਸੀ, ਲੌਂਗੈਸਟ ਟਨਿਓਰ ਹੈ ਜੀ ਇਹਨਾਂ ਦਾ। ਰਾਜੀਵ ਗਾਂਧੀ ਵੀ ਆਪਣੇ ਪ੍ਰਾਈਮ ਮਿਨਿਸਟਰ ਰਹੇ ਨੇ। ਇੰਦਰਾ ਗਾਂਧੀ ਫਸਟ ਵੂਮੈਨ ਪ੍ਰਾਈਮ ਮਿਨਿਸਟਰ ਰਹੀ ਹੈ ਜੀ। ਚਰਨ ਸਿੰਘ ਵੀ ਆਪਣੇ ਪ੍ਰਾਈਮ ਮਿਨਿਸਟਰ ਰਹੇ ਨੇ। ਠੀਕ ਹੈ ਜੀ, ਪ੍ਰਾਈਮ ਮਿਨਿਸਟਰ ਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਹੋਰ ਦੱਸਦਾ ਨੇ। ਗੁਲਜ਼ਾਰੀ ਲਾਲ ਨੰਦਾ ਕੌਣ ਸੀਗੇ ਜੀ, ਫਸਟ ਐਕਟਿੰਗ PM ਆਫ ਇੰਡੀਆ। ਐਕਟਿੰਗ PM ਆਫ ਇੰਡੀਆ ਦੇ ਉੱਤੇ ਐਕਟਿੰਗ ਪ੍ਰੈਜ਼ੀਡੈਂਟ ਵੀ ਪੁੱਛ ਸਕਦਾ ਤੁਹਾਨੂੰ, ਐਕਟਿੰਗ PM ਵੀ ਪੁੱਛ ਸਕਦਾ, ਤਾਂ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਆਲਰੇਡੀ ਦੱਸ ਚੁੱਕਿਆ। ਤਾਂ ਐਕਟਿੰਗ PM ਕੌਣ ਸੀਗੇ ਜੀ, ਤੁਸੀਂ ਕਹੋਗੇ ਜੀ ਗੁਲਜ਼ਾਰੀ ਲਾਲ ਨੰਦਾ। ਬੱਚਿਓ ਪੂਰਾ ਨਾਮ ਤਾਂ ਨਹੀਂ ਲਿਖਦਾ ਕਿਉਂਕਿ ਸਮੇਂ ਦੀ ਘਾਟ ਹੁੰਦੀ ਹੈ, ਇਨਫੋਰਮੇਸ਼ਨ ਵੱਧ ਹੁੰਦੀ ਹੈ। ਠੀਕ ਹੈ ਜੀ, ਸੋ ਮਾਫ ਕਰਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਰਲਡ ਐਨਵਾਇਰਮੈਂਟ ਡੇ ਇਜ਼ ਓਬਜ਼ਰਵਡ ਔਨ, ਵਰਲਡ ਐਨਵਾਇਰਮੈਂਟ ਡੇ ਹੈ ਜਿਹੜਾ ਉਹ ਕਦੋਂ ਮਨਾਇਆ ਜਾਂਦਾ ਹੈ, ਤਾਂ ਇੰਪੋਰਟੈਂਟ ਆ ਬੱਚਿਓ। ਐਤਕੀ ਵੀ ਜਿਹੜਾ ਹੈਗਾ ਮੈਂ ਤੁਹਾਨੂੰ ਦੱਸੂਗਾ ਕੁਐਸਚਨ ਕਿਵੇਂ ਬਣਦਾ। 5 ਜੂਨ ਇਹਦਾ ਕੀ ਆ ਜਾਊਗਾ, ਸਹੀ ਆਨਸਰ ਆ ਜਾਊਗਾ। ਠੀਕ ਹੈ, ਪੇਪਰ 'ਚ ਨਾ ਥੀਮ ਬਹੁਤ ਆਉਂਦਾ ਹੈ, ਕਰੰਟ ਅਫੇਅਰ ਦੇ ਵਿੱਚ ਪੱਕਾ ਤੁਸੀਂ ਲਿਖ ਕੇ ਲੈ ਜਾਓ, ਕੋਈ ਵੀ ਥੀਮ ਹੈ ਜਿਹੜਾ ਉਹ ਪੁੱਛ ਸਕਦਾ। 5 ਜੂਨ ਨੂੰ ਵਰਲਡ ਐਨਵਾਇਰਮੈਂਟ ਡੇ ਹੈ ਜਿਹੜਾ ਉਹ ਮਨਾਇਆ ਜਾਂਦਾ। ਐਤਕੀ ਜਿਹੜਾ ਮਨਾਇਆ ਗਿਆ ਉਹਦਾ ਥੀਮ ਕੀ ਸੀਗਾ ਜੀ, ਤੁਸੀਂ ਯਾਦ ਰੱਖੋਗੇ ਈਕੋ ਸਿਸਟਮ
ਰੈਸਟੋਰੇਸ਼ਨ, ਈਕੋਸਿਸਟਮ ਰੈਸਟੋਰੇਸ਼ਨ ਹੈ ਜਿਹੜਾ ਉਹ ਐਤਕੀ ਵਾਰ ਦਾ ਥੀਮ ਸੀਗਾ। ਥੋੜ੍ਹੇ ਜਿਹੇ ਡੇਜ਼ ਮੈਂ ਤੁਹਾਨੂੰ ਯਾਦ ਕਰਾ ਦਿੰਦਾ, ਕਈ ਬੱਚਿਆਂ ਦੇ ਯਾਦ ਨਹੀਂ ਹੁੰਦੇ। ਤੁਸੀਂ ਯਾਦ ਕਿਵੇਂ ਕਰਨੇ ਨੇ, ਦੇਖੋ ਤੁਸੀਂ 22 ਮਾਰਚ, 22 ਅਪ੍ਰੈਲ ਇਕੱਠੇ ਯਾਦ ਰੱਖਣੇ ਨੇ। 22 ਮਾਰਚ ਨੂੰ ਕੀ ਹੁੰਦਾ ਜੀ, ਵਾਟਰ ਡੇ ਹੁੰਦਾ। 22 ਅਪ੍ਰੈਲ ਨੂੰ ਕੀ ਹੁੰਦਾ ਜੀ, ਤੁਸੀਂ ਕਹੋਗੇ ਜੀ ਅਰਥ ਡੇ ਹੁੰਦਾ। ਠੀਕ ਹੈ, ਇੱਕ ਤੁਸੀਂ ਇਕੱਠੇ ਯਾਦ ਰੱਖਣੇ ਆ 12 ਜਨਵਰੀ। ਠੀਕ ਹੈ, ਇੱਕ ਤੁਸੀਂ ਯਾਦ ਰੱਖਣਾ 12 ਅਗਸਤ। 12 ਜਨਵਰੀ ਨੂੰ ਕੀ ਹੁੰਦਾ ਜੀ, ਨੈਸ਼ਨਲ ਯੂਥ ਡੇ। ਠੀਕ ਹੈ ਜੀ, 12 ਅਗਸਤ ਨੂੰ ਕੀ ਹੁੰਦਾ ਜੀ, ਇੰਟਰਨੈਸ਼ਨਲ ਯੂਥ ਡੇ। ਠੀਕ ਹੈ, ਹੁੰਦੇ ਯੂਥ ਡੇ ਹੀ ਨੇ। 12 ਜਨਵਰੀ ਨੂੰ ਨੈਸ਼ਨਲ ਹੁੰਦਾ ਜੀ, 12 ਅਗਸਤ ਨੂੰ ਇੰਟਰਨੈਸ਼ਨਲ ਹੁੰਦਾ। ਠੀਕ ਹੈ ਜੀ ਗੱਲ। ਹੁਣ ਗਾਹਾਂ ਆ ਜਾਓ ਜੀ, ਤੁਹਾਨੂੰ ਮੈਂ ਥੋੜ੍ਹਾ ਜਿਹਾ ਸਮਝਾਉਣਾ। ਇੱਕ ਤੁਸੀਂ ਮਿਲਟਰੀ ਵਾਲੇ ਯਾਦ ਰੱਖਣੇ ਆ, ਮਤਲਬ ਜਿਹੜੀਆਂ ਆਪਣੀਆਂ ਆਰਮਡ ਫੋਰਸਿਸ ਨੇ। ਇੱਕ ਤੁਸੀਂ ਯਾਦ ਰੱਖਣਾ ਜੀ 15 ਜਨਵਰੀ ਇਕੱਠਾ ਯਾਦ ਰੱਖੋਗੇ, ਇੱਕ 8 ਅਕਤੂਬਰ ਯਾਦ ਰੱਖੋਗੇ, ਇੱਕ ਤੁਸੀਂ 4 ਦਸੰਬਰ ਯਾਦ ਰੱਖੋਗੇ। ਥੋੜ੍ਹੀ ਜਿਹੀ ਮੈਂ ਟ੍ਰਿਕ ਵੀ ਦੱਸਣ ਦੀ ਕੋਸ਼ਿਸ਼ ਕਰੂੰਗਾ। 15 ਜਨਵਰੀ ਨੂੰ ਕੀ ਹੁੰਦਾ ਜੀ, ਆਰਮੀ ਡੇ ਹੁੰਦਾ। ਠੀਕ ਹੈ, 8 ਅਕਤੂਬਰ ਨੂੰ ਕੀ ਹੁੰਦਾ ਜੀ, ਏਅਰ ਫੋਰਸ ਡੇ ਹੁੰਦਾ। ਠੀਕ ਹੈ ਜੀ, 4 ਦਸੰਬਰ ਨੂੰ ਕੀ ਹੁੰਦਾ ਜੀ, ਨੇਵੀ ਡੇ ਹੁੰਦਾ। ਹੁਣ ਤੁਸੀਂ ਯਾਦ ਕਿਵੇਂ ਰੱਖ ਸਕਦੇ ਹੋ, ਇੱਥੇ 4 ਲਿਖਿਆ ਤਾਂ ਨੇਵੀ ਦੇ ਵਿੱਚ ਅੱਖਰ ਵੀ 4 ਨੇ, NAVY। ਠੀਕ ਹੈ, ਇਹਦੀ ਟ੍ਰਿਕ ਬਣ ਗਈ। 8 ਦੇ ਵਿੱਚ 8 ਅਕਤੂਬਰ ਨੂੰ ਕੀ ਹੁੰਦਾ, ਏਅਰ ਫੋਰਸ ਡੇ, ਤਾਂ ਏਅਰ ਫੋਰਸ ਲਿਖਣ ਦੇ ਵਿੱਚ ਵੀ ਕਿੰਨੇ ਸਪੈਲਿੰਗ ਪੈਂਦੇ ਆ ਜੀ, 8 ਸਪੈਲਿੰਗ ਪੈਂਦੇ। ਇਹ ਵੀ ਤੁਸੀਂ ਯਾਦ ਰੱਖੋਗੇ। 15 ਜਨਵਰੀ ਤੁਹਾਡਾ ਆਰਮੀ ਡੇ ਹੋ ਹੀ ਜਾਊਗਾ। ਠੀਕ ਹੈ ਜੀ ਗੱਲ। ਹੁਣ ਗਾਹਾਂ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਜਿਵੇਂ ਤੁਹਾਨੂੰ ਪੇਪਰ 'ਚ ਪੁੱਛ ਲੈਣ 1 ਜੁਲਾਈ, ਜੁਲਾਈ ਦਾ ਮਹੀਨਾ ਕਿਵੇਂ ਯਾਦ ਕਰਨਾ। 1 ਜੁਲਾਈ ਨੂੰ ਕੀ ਹੁੰਦਾ ਜੀ, ਡਾਕਟਰ ਡੇ ਹੁੰਦਾ। ਅਤੇ ਇੱਕ ਤੁਹਾਡਾ ਕੀ ਹੁੰਦਾ, SBI ਡੇ, ਮਤਲਬ SBI ਮਤਲਬ ਸਟੇਟ ਬੈਂਕ ਆਫ ਇੰਡੀਆ ਫਾਊਂਡੇਸ਼ਨ ਡੇ। 1 ਜੁਲਾਈ ਨਹੀਂ ਭੁੱਲਣਾ, 11 ਜੁਲਾਈ ਨਹੀਂ ਭੁੱਲਣਾ। ਇੱਕ ਤੇ ਇੱਕ ਕਿੰਨੇ ਬਣ ਜਾਂਦੇ ਨੇ ਜੀ, ਬਹੁਤ ਸਾਰੇ ਬਣ ਜਾਂਦੇ ਨੇ। ਤਾਂ ਉਸ ਦਿਨ ਕਿਹੜਾ ਬਣਾਇਆ ਜਾਂਦਾ ਜੀ, ਵਰਲਡ ਪਾਪੂਲੇਸ਼ਨ ਡੇ। ਠੀਕ ਹੈ ਜੀ ਗੱਲ। 11 ਜੁਲਾਈ ਤੋਂ ਬਾਅਦ ਤੁਸੀਂ 18 ਜੁਲਾਈ ਦਾ ਜਮਾ ਹੀ ਨਹੀਂ ਭੁੱਲਣਾ। 18 ਜੁਲਾਈ ਨੂੰ ਕਿਹੜਾ ਦਿਨ ਹੁੰਦਾ ਜੀ, ਨੈਲਸਨ ਮੰਡੇਲਾ ਡੇ। ਠੀਕ ਹੈ ਜੀ ਗੱਲ। ਨੈਲਸਨ ਮੰਡੇਲਾ ਦੀ ਨਾ ਇੱਕ ਮੈਨੂੰ ਕਿਤਾਬ ਯਾਦ ਆ ਗਈ ਬੱਚੋ, ਭੁੱਲਣੀ ਨਹੀਂ ਹੈਗੀ। ਇਹ ਤਾਂ ਮੈਂ ਕਹਿੰਦਾ ਡਬਲ ਸਟਾਰ ਲਾ ਲਓ ਜੀ। ਨੈਲਸਨ ਮੰਡੇਲਾ ਦੀ ਕਿਤਾਬ ਤੁਸੀਂ ਕਿਹੜੀ ਯਾਦ ਕਰਨੀ ਹੈ ਜੀ, ਲੌਂਗ ਵਾਕ ਟੂ ਫਰੀਡਮ। ਲੌਂਗ ਵਾਕ ਟੂ ਫਰੀਡਮ ਤੁਸੀਂ ਕਿਹਦੀ ਯਾਦ ਰੱਖਣੀ ਹੈ ਜੀ, ਨੈਲਸਨ ਮੰਡੇਲਾ ਦੀ। ਇੱਕ ਕਿਤਾਬ ਮੈਨੂੰ ਹੋਰ ਯਾਦ ਆ ਗਈ, ਪਿਛਲੀ ਵਾਰ ਨਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਪੇਪਰ ਹੋਇਆ ਸੀਗਾ। ਠੀਕ ਹੈ, ਉਹਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ, ਟ੍ਰੇਨ ਟੂ ਪਾਕਿਸਤਾਨ। ਇਹ ਕਿਤਾਬ ਨਹੀਂ ਭੁੱਲਣੀ ਹੈਗੀ। ਟ੍ਰੇਨ ਟੂ ਪਾਕਿਸਤਾਨ ਕਿਹਦੀ ਹੈ ਜੀ, ਖੁਸ਼ਵੰਤ ਸਿੰਘ ਦੀ। ਠੀਕ ਹੈ, ਇੰਪੋਰਟੈਂਟ ਹੈ। ਤਾਂ 5 ਜੂਨ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਜੀ, ਵਰਲਡ ਐਨਵਾਇਰਨਮੈਂਟ ਡੇ। ਈਕੋਸਿਸਟਮ ਰੈਸਟੋਰੇਸ਼ਨ ਇਹਦਾ ਕੀ ਸੀਗਾ ਜੀ, ਐਤਕੀ ਵਾਰ ਦਾ ਥੀਮ ਸੀਗਾ। ਠੀਕ ਹੈ, 22 ਮਾਰਚ ਨੂੰ ਆਪਾਂ ਕੀ ਬਣਾਉਣੇ ਆ ਜੀ, ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ, ਵਾਟਰ ਡੇ। ਠੀਕ ਹੈ, ਅਤੇ ਐਤਕੀ ਵਾਰ ਦਾ ਥੀਮ ਹੈ ਜਿਹੜਾ ਤੁਸੀਂ ਉਹ ਦੱਸੋਗੇ ਕਮੈਂਟ ਬਾਕਸ ਦੇ ਵਿੱਚ। 22 ਅਪ੍ਰੈਲ ਨੂੰ ਕੀ ਹੁੰਦਾ ਜੀ, ਅਰਥ ਡੇ ਹੁੰਦਾ ਹੈ। ਐਤਕੀ ਵਾਰ ਦਾ ਜਿਹੜਾ ਥੀਮ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਠੀਕ ਹੈ, ਅਤੇ 5 ਜੂਨ ਐਨਵਾਇਰਨਮੈਂਟ ਦਾ ਮੈਂ ਦੱਸ ਹੀ ਚੁੱਕਿਆ, ਈਕੋਸਿਸਟਮ ਰੈਸਟੋਰੇਸ਼ਨ। ਠੀਕ ਹੈ ਜੀ, ਤਾਂ ਯਾਦ ਰੱਖਿਓ ਇਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਅਤੇ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਤਾਂ ਇੱਥੇ ਹੀ ਆਪਾਂ ਆਪਣੀ ਵੀਡੀਓ ਦਾ ਅੰਤ ਕਰਦੇ ਹਾਂ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਆ ਕਰੋ, ਕਮੈਂਟ ਕਰਨਾ ਨਾ ਭੁੱਲਿਆ ਕਰੋ। ਤੁਹਾਡੇ ਜਿਹੜੇ ਕਮੈਂਟ 'ਤੇ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਸਾਡੀ ਤਾਂ ਇਹ ਹੀ ਖੁਰਾਕ ਹੈ ਸਿਰਫ ਅਤੇ ਸਿਰਫ ਇੱਕ ਜੀ। ਠੀਕ ਹੈ, ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਇੰਨੀ ਕੁ ਜ਼ਿਆਦਾ ਰਿਵੀਜ਼ਨ ਕਰਵਾ ਦੂੰਗਾ ਜੇ ਤੁਸੀਂ ਸੱਚੇ ਦਿਲੋਂ ਮੇਰੇ ਨਾਲ ਜੁੜੇ ਹੋ। ਠੀਕ ਹੈ ਜੀ, ਤਾਂ ਤੁਹਾਡੀਆਂ ਮਤਲਬ ਦੁਆਵਾਂ ਦੇ ਨਾਲ ਹੀ ਮੈਂ ਮਿਹਨਤ ਕਰ ਰਿਹਾ ਅਤੇ ਤੁਸੀਂ ਐਪਰੀਸ਼ੀਏਟ ਕਰਦੇ ਰਹੋ। ਮੈਂ ਚੰਗੇ ਜਿਹੜੇ ਮੌਕ ਟੈਸਟ ਨੇ ਉਹ ਮੈਂ ਲੈ ਕੇ ਆਉਂਦਾ ਰਹੂੰਗਾ। ਇਸ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਵੀ ਮੈਰਾਥਨ ਕਲਾਸਿਸ ਲੈ ਕੇ ਆਵਾਂ, ਮਤਲਬ ਘੰਟੇ ਦੀਆਂ ਜਾਂ 2-2 ਘੰਟੇ ਦੀਆਂ ਮਤਲਬ ਕੁਐਸਚਨਸ ਇਹੋ ਜਿਹੇ ਬਣਾਵਾਂ ਵੀ ਤੁਹਾਡੇ ਕੀ ਹੈ ਜੀ, ਰਿਪੀਟ ਇੰਨਾ ਕੁ ਹੋ ਜਾਵੇ ਵੀ ਤੁਸੀਂ ਪ੍ਰੋਪਰ ਪੇਪਰ ਦੇ ਵਿੱਚ ਇੰਨੇ ਕੁ ਕੌਨਫੀਡੈਂਸ ਦੇ ਨਾਲ ਬੈਠੋ ਕਿ ਤੁਸੀਂ ਪੂਰਾ ਵਧੀਆ ਸਕੋਰ ਕਰੋ GK ਦੇ ਵਿੱਚ। ਪਰ ਥੋੜ੍ਹਾ ਜਿਹਾ ਐਫਰਟ ਤੁਹਾਨੂੰ ਵੀ ਕਰਨਾ ਪਊਗਾ। ਅਤੇ ਬਸ ਇੰਨਾ ਕਹਿੰਦੇ ਹੋਏ ਆਪਾਂ ਵੀਡੀਓ ਦਾ ਅੰਤ ਕਰਦੇ ਹਾਂ। ਤਾਂ ਸਾਰੇ ਜਾਣੇ ਮਿਹਨਤ ਕਰਦੇ ਰਹੋ ਅਤੇ ਪੜ੍ਹਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।